ਇੰਜੀਨੀਅਰਿੰਗ ਮੈਥਮੈਟਿਕਸ ਦੇ ਇੱਕ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 24 ਹੈ ਅਤੇ ਇਸ ਵਿੱਚ ਇੰਪਰੋਪਰ ਇੰਟੀਗਰਲਸ ਬਾਰੇ ਗੱਲ ਕੀਤੀ ਜਾਏਗੀ। ਤਾਂ ਫਿਰ ਅੱਜ ਅਸੀਂ ਖਾਸ ਤੌਰ ਤੇ ਟਾਈਪ 2 ਦੇ ਇੰਪਰੋਪਰ ਇੰਟੀਗਰਲਸ ਦੇ ਕਨਵਰਜੈਂਸ ਬਾਰੇ ਚਰਚਾ ਕਰਾਂਗੇ ਅਤੇ ਪਿਛਲੇ ਲੈਕਚਰ ਵਿੱਚ ਅਸੀਂ ਇਹ ਟੈਸਟ ਇੰਟੀਗਰਲ ਵੇਖਿਆ ਹੈ ਜੋ ਕਿ a ਤੋਂ b ਅਤੇ 1/x - a p ਇਸ ਲਈ ਇਹ ਟਾਈਪ 2 ਦਾ ਇੰਪਰੋਪਰ ਇੰਟੀਗਰਲ ਹੈ ਕਿਉਂਕਿ ਇਹ ਇੰਟੀਗਰੈਂਡ ਅਨਬਾਊਂਡਡ ਹੈ ਜਦੋਂ x goes to ਤਾਂ ਇਹ ਇੰਟੀਗਰਲ ਹੈ ਜੋ ਕਿ ਟੈਸਟ ਇੰਟੀਗਰਲ ਹੈ ਅਤੇ ਅੱਜ ਅਸੀਂ ਇਸ ਇੰਟੀਗਰਲ ਦੀ ਵਰਤੋਂ ਦੂਜੇ ਇੰਟੀਗਰਲਸ ਦੇ ਕਨਵਰਜੈਂਸ ਨੂੰ ਸਾਬਤ ਕਰਨ ਲਈ ਕਰਾਂਗੇ। ਅਤੇ ਇਹ ਇੰਟੀਗਰਲ ਕਨਵਰਜੈਂਸ ਜਦੋਂ p 1 ਤੋਂ ਘੱਟ ਹੁੰਦਾ ਹੈ ਤਾਂ ਉਹ ਸਟ੍ਰਿਕਟਲੀ ਰੂਪ ਨਾਲ 1 ਤੋਂ ਘੱਟ ਹੁੰਦਾ ਹੈ ਅਤੇ ਇਹ ਇੰਟੀਗਰਲ ਡਾਇਵਰਜ ਹਨ। ਜੇ ਇਹ p 1 ਤੋਂ ਵੱਡਾ ਜਾਂ ਇਸ ਦੇ ਇਕੁਅਲ ਹੈ ਤਾਂ ਫਿਰ ਸ਼ੁਰੂ ਕਰਨ ਲਈ ਸਾਨੂੰ ਦੁਬਾਰਾ ਚੇਤੇ ਕਰਨਾ ਚਾਹੀਦਾ ਹੈ ਕਿ ਸਾਡੇ ਕੋਲ ਇਹ ਟਾਈਪ ਦੇ ਦੋ ਇੰਟੀਗਰਲਸ ਇੰਪਰੋਪਰ ਇੰਟੀਗਰਲ ਹਨ ਅਤੇ ਅਸੀਂ ਇਸ ਨੋਟੇਸ਼ਨ ਦੀ ਵਰਤੋਂ ਕਰਾਂਗੇ ਜੋ ਕਹਿੰਦਾ ਹੈ ਕਿ a ਪਲਸ ਹੈ। ਇਸ ਨੋਟੇਸ਼ਨ ਦਾ ਮਤਲਬ ਹੈ ਕਿ ਇਹ f(x) ਅਨਬਾਊਂਡਡ ਹੋ ਜਾਂਦਾ ਹੈ ਜਦੋਂ x a ਤੇ ਜਾਂਦਾ ਹੈ। ਤਾਂ ਫਿਰ ਇਹ ਨੋਟੇਸ਼ਨ ਦੀ ਵਰਤੋਂ ਹੋਵੇਗੀ ਜਦੋਂ ਅਸੀਂ ਇੱਥੇ b- ਦੀ ਵਰਤੋਂ ਕਰਦੇ ਹਾਂ ਉਦਾਹਰਨ ਮਤਲਬ ਕਿ ਇਹ f ਅਨਬਾਊਂਡਡ ਹੋ ਜਾਂਦਾ ਹੈ ਜਦੋਂ x goes to b। ਤਾਂ ਫਿਰ ਉਸ ਸਥਿਤੀ ਵਿੱਚ ਜਦੋਂ ਸਾਡੇ ਕੋਲ ਇਹ ਇੰਟੀਗਰਲ ਹੈ ਜਿੱਥੇ f(x) ਅਨਬਾਊਂਡਡ ਹੋ ਜਾਂਦਾ ਹੈ ਜਿਵੇਂ ਉਸ ਸਥਿਤੀ x goes to b ਅਸੀਂ ਇਸ ਪ੍ਰਕਾਰ ਦੇ ਇੰਟੀਗਰਲ ਦੇ ਸਿਮਿਲਰ ਇਸ ਇੰਟੀਗਰਲ ਨੂੰ ਸਿਰਫ ਇਸ ਸਬਸਟੀਟਿਊਸ਼ਨ ਨਾਲ ਨਜਿੱਠਾਂਗੇ। ਇਸ ਲਈ ਜੇ ਤੁਸੀਂ ਇੱਥੇ ਸਬਸਟੀਟਿਊਟ ਕਰਦੇ ਹੋ x ਇਕੁਅਲ ਹੈ b - t ਦੇ। ਇਸ ਲਈ ਜੇ ਅਸੀਂ x ਨੂੰ b - t ਦੇ ਇਕੁਅਲ ਰੱਖਦੇ ਹਾਂ ਤਾਂ ਉਸ ਸਥਿਤੀ ਵਿੱਚ ਇਹ ਇੰਟੀਗਰਲ a f ਅਤੇ a b - t ਬਣ ਜਾਵੇਗਾ ਅਤੇ ਇਹ dx - dt ਹੋਵੇਗਾ ਮਾਈਨਸ ਸਾਈਨ ਦੇ ਨਾਲ। ਅਤੇ ਫਿਰ ਜਦੋਂ x a ਹੁੰਦਾ ਹੈ ਤਾਂ ਇਹ t - a ਹੋਏਗਾ ਅਤੇ ਇਹ ਜਦੋਂ x b- ਹੋਏਗਾ ਤਾਂ ਇਹ ਬਣ ਜਾਵੇਗਾ 0 ਹੋ ਜਾਵੇਗਾ। ਇਸ ਲਈ ਇਸ ਨਾਲ ਲਿਮਿਟ ਬਦਲ ਜਾਵੇਗੀ ਅਤੇ ਸਾਨੂੰ ਇਹ 0 ਪਲੱਸ b - a ਮਿਲ ਜਾਵੇਗਾ ਅਤੇ ਫਿਰ f(x) dx ਇਹ ਇੰਟੀਗਰਲ ਹੋਵੇਗਾ ਜੋ ਦੁਬਾਰਾ ਕੰਸੀਡਰ ਕਰੇਗਾ ਕਿ ਜਦੋਂ f(x) ਅਨਬਾਊਂਡਡ ਹੁੰਦਾ ਹੈ ਜਦੋਂ x goes to 0। ਤਾਂ ਫਿਰ ਇਸ ਸਥਿਤੀ ਵਿੱਚ ਇਸ ਇੰਟੀਗਰਲ ਤੇ ਵਿਚਾਰ ਕੀਤਾ ਜਾਏਗਾ ਜੋ ਕਿ ਦੁਬਾਰਾ ਇਸ ਪ੍ਰਕਿਰਤੀ ਦਾ ਹੈ ਜਿਹੜਾ ਅਸੀਂ ਚਰਚਾ ਲਈ ਇਹਨਾਂ ਸਟੈਂਡਰਡ ਫਾਰਮ ਨੂੰ ਲੈਂਦੇ ਹਾਂ ਕਿ f ਤੁਹਾਡਾ ਇੰਟੀਗਰੈਂਟ ਬਾਊਂਡਡ ਹੈ ਤਾਂ ਤਰਕ ਲੋਅਰ ਲਿਮਿਟ ਤੇ ਜਾ ਰਹੀ ਹੈ। ਤਾਂ ਇਸ ਸਥਿਤੀ ਵਿੱਚ ਜਦੋਂ t 0 ਦੇ ਨੇੜੇ ਆ ਰਿਹਾ ਹੈ ਤਾਂ ਇਹ ਅਨਬਾਊਂਡਡ ਹੁੰਦਾ ਜਾ ਰਿਹਾ ਹੈ ਤੇ ਉਹੀ ਸਥਿਤੀ ਵਿੱਚ ਜਿਵੇਂ ਕਿ ਸਾਡੇ ਕੋਲ ਉਪਰੋਕਤ ਇੰਟੀਗਰਲ ਵਿੱਚ ਹੈ ਕਿ ਇਹ f(x) ਅਨਬਾਊਂਡਡ ਹੈ ਜਦੋਂ x goes to a ਤੋਂ ਰਾਈਟ ਹੈਂਡ ਸਾਈਡ। ਇਸ ਲਈ ਹੁਣ ਅਗਲੇ ਤੇ ਵਧਦੇ ਹੋਏ ਸਾਡੇ ਕੋਲ ਕੰਪੈਰੀਜ਼ਨ ਟੈਸਟ ਦੇ ਸਿਮਿਲਰ ਹੈ ਜਿਸ ਦੀ ਚਰਚਾ ਅਸੀਂ ਪਿਛਲੇ ਲੈਕਚਰ ਵਿੱਚ ਇੰਟੀਗਰਲ ਟਾਈਪ 1 ਦੇ ਲਈ ਕਰ ਚੁੱਕੇ ਹਾਂ ਅਤੇ ਇਸ ਮਾਮਲੇ ਵਿੱਚ ਅਸੀਂ ਦੁਬਾਰਾ ਮੰਨ ਲੈਂਦੇ ਹਾਂ ਕਿ ਸਾਡੇ ਕੋਲ ਇਸ a ਤੋਂ b ਦੇ ਵਿਚਕਾਰ ਫੰਕਸ਼ਨ ਦੇ ਵੈਲਿਊਜ਼ ਲਈ ਇਹ ਇਨਇਕੁਆਲਿਟੀ ਹੈ। ਤਾਂ ਇਹ f ਨਾਲ ਨੈਗੇਟਿਵ ਵੈਲਿਊਜ਼ ਲੈ ਰਿਹਾ ਹੈ ਅਤੇ g f ਨਾਲੋਂ ਵੱਡੀ ਵੈਲਿਊਜ਼ ਲੈ ਰਿਹਾ ਹੈ ਅਤੇ ਉਸ ਸਥਿਤੀ ਵਿੱਚ ਸਾਡੇ ਕੋਲ ਇਹ ਹੈ ਕਿ ਜੇ ਇਹ g ਇੱਥੇ ਵੱਡਾ ਹੈ ਤਾਂ g ਵੱਡੀ ਵੈਲਿਊਜ਼ ਲੈ ਰਿਹਾ ਹੈ। ਇਸ ਲਈ ਇਸ ਇੰਟੀਗਰਲ a ਤੋਂ b gx dx ਵਿੱਚ ਇਹ ਕਨਵਰਜ ਹੁੰਦੇ ਹਨ। ਫਿਰ ਕੁਦਰਤੀ ਤੌਰ ਤੇ ਇੰਟੀਗਰਲ ਜਿੱਥੇ a ਇੰਟੀਗਰੈਂਟ ਘੱਟ ਵੈਲਿਊ ਲੈ ਰਿਹਾ ਹੈ ਉੱਥੇ ਇਹ g ਵੀ ਕਨਵਰਜ ਹੋ ਜਾਵੇਗਾ। ਦੂਜਾ ਅਸੀਂ ਇਸ ਰਿਲੇਸ਼ਨ ਤੋਂ ਇਹ ਸਿੱਟਾ ਵੀ ਕੱਢ ਸਕਦੇ ਹਾਂ ਕਿ ਜੇ ਇਸ g ਦੇ ਉੱਤੇ g ਡਾਇਵਰਜ ਹੋ ਜਾਂਦਾ ਹੈ ਤਾਂ g ਡਾਇਵਰਜ ਹੋ ਜਾਏਗਾ ਜੇ ਇੰਟੀਗਰਲ ਛੋਟਾ ਹੈ। f(x) dx ਜੇ ਇਹ ਡਾਇਵਰਜ ਕਰਦੇ ਹਨ ਕਿਉਂਕਿ ਇਹ f g ਦੇ ਨਾਲੋਂ ਲੋਅਰ ਵੈਲਿਊਜ਼ ਲੈ ਰਿਹਾ। ਇਸ ਲਈ ਜੇ ਇਹ ਇੰਟੀਗਰਲ ਡਾਇਵਰਜ ਹੁੰਦਾ ਹੈ ਇਸ ਲਈ ਕੁਦਰਤੀ ਤੌਰ ਤੇ ਇਹ ਇੰਟੀਗਰਲ ਵੈਲਿਊ ਇਸ ਇੰਟੀਗਰਲ ਨਾਲੋਂ ਵੱਡਾ ਮੰਨਿਆ ਜਾਂਦਾ ਹੈ। ਇਸ ਲਈ ਨਿਸ਼ਚਿਤ ਰੂਪ ਤੋਂ ਇਹ ਵੀ ਡਾਇਵਰਜ ਹੋ ਜਾਵੇਗਾ। ਇਸ ਲਈ ਇਹ ਇੱਕ ਸਧਾਰਨ ਕੰਪੈਰੀਜ਼ਨ ਟੈਸਟ ਹੈ ਪਰ ਅਜਿਹੇ ਇੰਪਰੋਪਰ ਇੰਟੀਗਰਲਸ ਦੇ ਵਿਵਹਾਰ ਨੂੰ ਨਿਰਧਾਰਤ ਕਰਨ ਲਈ ਬਹੁਤ ਉਪਯੋਗੀ ਹੈ। ਇੱਥੇ ਇੱਕ ਹੋਰ ਟੈਸਟ ਹੈ ਜਿਸਨੂੰ ਅਸੀਂ ਕੰਪੈਰੀਜ਼ਨ ਟੈਸਟ 2 ਕਹਿੰਦੇ ਹਾਂ ਜਾਂ ਇਸ ਨੂੰ ਲਿਮਿਟ ਟੈਸਟ ਲਿਮਿਟ ਕੰਪੈਰੀਜ਼ਨ ਟੈਸਟ ਵੀ ਕਿਹਾ ਜਾਂਦਾ ਹੈ।
ਅਤੇ ਇਸ ਕੇਸ ਵਿੱਚ ਦੁਬਾਰਾ ਅਸੀਂ ਇਸ ਨੂੰ ਉਸੇ ਇਨਇਕੁਆਲਿਟੀ ਵਿੱਚ ਕੰਸੀਡਰ ਕਰਦੇ ਹਾਂ ਕਿ f ਨਾਨ ਨੈਗੇਟਿਵ ਵੈਲਿਊਜ਼ ਲੈ ਰਿਹਾ ਅਤੇ g f ਨਾਲੋਂ ਵੱਡੀ ਵੈਲਿਊਜ਼ ਲੈ ਰਿਹਾ ਹੈ। ਇਸ ਲਈ ਉਸ ਕੇਸ ਵਿੱਚ ਅਸੀਂ ਇਸ ਲਿਮਿਟ ਨੂੰ ਕੰਪਿਊਟ ਕਰਦੇ ਜੋ ਕਿ xa ਪਲਸ ਨੂੰ ਅਪਰੋਚਜ ਕਰਦਾ ਹੈ ਕਿਉਂਕਿ ਸਾਡੀ ਸਮੱਸਿਆ ਉਦੋਂ ਸੀ ਜਦੋਂ xa ਦੇ ਨੇੜੇ ਆ ਰਿਹਾ ਸੀ, ਇਸ ਲਈ ਅਸੀਂ ਇਸ ਅਨੁਪਾਤ ਨੂੰ ਇੱਥੇ f(x) ਤੇ g(x) ਤੇ ਲੈ ਜਾਂਦੇ। ਅਤੇ ਸਾਨੂੰ ਇਹ ਪਤਾ ਲਗਾਉਣਾ ਹੈ ਕਿ ਅਸੀਂ ਕਿਸ g ਲਈ ਇੱਥੇ ਇਹ ਕਨਕਲੂਜ਼ਨ ਲੈ ਰਹੇ ਹਾਂ, ਇਸ ਲਈ ਅਸੀਂ ਹੋਰ ਫੰਕਸ਼ਨ ਲੈਂਦੇ ਹਾਂ। ਦਿੱਤੇ ਗਏ ਫੰਕਸ਼ਨ f ਦੇ ਆਧਾਰ ਤੇ ਇਹ ਸਪਸ਼ਟ ਹੋ ਜਾਵੇਗਾ ਜਦੋਂ ਅਸੀਂ ਉਦਾਹਰਨਾਂ ਤੇ ਚਰਚਾ ਕਰਾਂਗੇ। ਇਸ ਲਈ ਇਸ ਸਥਿਤੀ ਵਿੱਚ ਅਸੀਂ ਦਿੱਤੇ ਗਏ f ਲਈ ਕੁਝ g ਦੀ ਚੋਣ ਕਰਾਂਗੇ ਅਤੇ ਇਸ ਲਿਮਿਟ ਨੂੰ ਕੰਪਿਊਟ ਕਰਾਂਗੇ। ਮੰਨ ਲਓ ਕਿ ਇਹ ਲਿਮਿਟ ਸਾਡੇ k ਤੱਕ ਆ ਰਹੀ ਹੈ ਤਾਂ k ਦੀ ਵੈਲਿਊ ਦੇ ਆਧਾਰ ਤੇ ਅਸੀਂ ਦੂਜੇ ਇੰਟੀਗਰਲ ਦੀ ਦਿੱਤੀ ਪ੍ਰਕਿਰਤੀ ਲਈ ਇੰਟੀਗਰਲ ਦੀ ਪ੍ਰਕਿਰਤੀ ਦਾ ਫੈਸਲਾ ਕਰ ਸਕਦੇ ਹਾਂ। ਇਸ ਲਈ ਇੱਥੇ ਉਦਾਹਰਨ ਦੇ ਲਈ ਜੇ k 0 ਦੇ ਇਕੁਅਲ ਨਹੀਂ ਹੈ ਤਾਂ ਅਸੀਂ ਇਸ ਨਾਨ ਜ਼ੀਰੋ ਨੰਬਰ ਨੂੰ ਲਿਮਿਟ ਦੇ ਰੂਪ ਵਿੱਚ ਪ੍ਰਾਪਤ ਕਰ ਰਹੇ ਤਾਂ ਉਸ ਸਥਿਤੀ ਵਿੱਚ ਦੋਵੇਂ ਇੰਟੀਗਰਲ ਮਤਲਬ a ਤੋਂ b ਇਸ f(x) dx ਅਤੇ c ਤੋਂ b gx dx ਇੱਕੋ ਜਿਹਾ ਕਰਨਗੇ। ਅਤੇ ਕਾਰਨ ਇਹ ਹੈ ਕਿ ਜਦੋਂ x goes to a ਤਾਂ ਇਹ ਅਨੁਪਾਤ ਇੱਕ ਨਾਨ ਜ਼ੀਰੋ ਨੰਬਰ ਹੈ ਜਿਸ ਦਾ ਮਤਲਬ ਹੈ ਕਿ ਉਹ ਸਮਾਨ ਵਿਵਹਾਰ ਕਰਦੇ ਹਨ। ਜਿਵੇਂ-ਜਿਵੇਂ x a ਦੇ ਨੇੜੇ ਪਹੁੰਚਦਾ ਹੈ ਅਤੇ ਫਿਰ ਉਹਨਾਂ ਦਾ ਇੰਟੀਗਰਲ ਜਾਂ ਤਾਂ ਦੋਵੇਂ ਵੱਖ ਹੋ ਜਾਣਗੇ ਜਾਂ ਦੋਵੇਂ ਇਸ ਕੇਸ ਵਿੱਚ ਕਨਵਰਜ ਹੋ ਜਾਣਗੇ। ਅਤੇ ਇਹ ਬਹੁਤ ਉਪਯੋਗੀ ਹੈ ਅਤੇ ਅਸਲ ਵਿੱਚ ਜ਼ਿਆਦਾਤਰ ਉਦਾਹਰਨਾਂ ਅਸੀਂ ਇਸ ਕਨਕਲੂਜ਼ਨ ਦੀ ਵਰਤੋਂ ਕਰਦੇ ਹਾਂ ਕਿ ਇਹ gk ਜੋ ਸਾਨੂੰ ਇਸ ਅਨੁਪਾਤ ਦੀ ਇਸ ਲਿਮਿਟ ਤੋਂ ਬਾਅਦ ਮਿਲਿਆ ਹੈ ਅਤੇ ਫਿਰ ਜਾਂ ਤਾਂ ਇਹਨਾਂ ਟੈਸਿਟ ਇੰਟੀਗਰਲ ਤੇ ਨਿਰਭਰ ਕਰਦਾ ਹੈ ਕਿ ਕੀ ਉਹ ਕਨਵਰਜ ਹੁੰਦੇ ਹਨ ਜਾਂ ਦੂਜੇ ਇੰਟੀਗਰਲ ਨੂੰ ਦੂਜੇ ਇੰਟੀਗਰਲ ਦੇ ਵਿਵਹਾਰ ਤੋਂ ਡਾਇਵਰਜ ਕਰਦੇ ਹਨ, ਜਿਸ ਦਾ ਅਸੀਂ ਸਿੱਟਾ ਕੱਢ ਸਕਦੇ ਹਾਂ। ਅੱਗੇ ਜੇ ਸਾਨੂੰ ਉਦਾਹਰਨ ਦੇ ਲਈ a k ਤੋਂ b 0 ਮਿਲਦਾ ਹੈ ਤਾਂ ਇਸ ਸਥਿਤੀ ਵਿੱਚ ਕੀ ਹੋ ਰਿਹਾ ਹੈ? ਇਸ ਦਾ ਮਤਲਬ ਹੋਇਆ ਹੈ ਕਿ ਇਹ g ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਸ਼ਾਇਦ ਇਸ f(x) ਨਾਲੋਂ ਇਨਫਿਨਿਟੀ ਵੱਲ ਜਾ ਰਿਹਾ ਹੈ ਤਾਂ ਫਿਰ ਸਾਨੂੰ ਇਹ 0 ਮਿਲਿਆ ਹੈ ਕਿ g ਦੀ ਵੈਲਿਊ ਵੱਡੀ ਹੈ ਜਿਵੇਂ ਕਿ ਵੱਡੀ ਵੈਲਿਊ ਜਿਵੇਂ x a ਦੇ ਨੇੜੇ ਪਹੁੰਚਦਾ ਹੈ। ਫਿਰ ਜੇ ਇਸ ਕੇਸ ਵਿੱਚ ਇੰਟੀਗਰਲ ਕਨਵਰਜ ਹੁੰਦਾ ਹੈ, ਇਸ ਕੇਸ ਵਿੱਚ g ਇੰਟੀਗਰਲ ਹੋ ਜਾਂਦਾ ਹੈ ਤਾਂ ਅਸੀਂ ਦੱਸ ਸਕਦੇ ਹਾਂ ਕਿ ਇਹ ਇੰਟੀਗਰਲ f ਇੱਥੇ ਇਸ ਲਿਮਿਟ ਦੇ ਕਾਰਨ ਕਨਵਰਜ ਹੋ ਜਾਏਗਾ ਕਿਉਂਕਿ ਇਹ g ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਸਾਨੂੰ ਇਹ 0 ਮਿਲ ਰਿਹਾ ਹੈ। ਅਤੇ ਉਸ ਕੇਸ ਵਿੱਚ ਜੇ ਇਹ g ਕਨਵਰਜ ਹੁੰਦਾ ਹੈ ਤਾਂ b f ਵੀ ਕਨਵਰਜ ਹੋ ਜਾਣਗੇ। ਇਸ ਲਈ ਬਿਨਾਂ ਪ੍ਰੂਫ ਦੇ ਅਸੀਂ ਸਿਰਫ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਨਤੀਜੇ ਦੁਬਾਰਾ ਸਹੀ ਹਨ। ਇਸ ਦੇ ਉਲਟ ਹੋਰ ਤਰੀਕਾ ਹੈ ਜੇ k 0 ਹੈ। ਇਸ ਲਈ k ਇਨਫਿਨਿਟੀ ਹੈ, ਇਸ ਲਈ ਇਸ ਮਾਮਲੇ ਵਿੱਚ ਇਹ f(x) ਇਨਫਿਨਿਟੀ ਦੇ ਨੇੜੇ ਆ ਰਿਹਾ ਹੈ, ਇਸ g ਫੰਕਸ਼ਨ ਨਾਲੋਂ ਅਨਬਾਊਂਡਡ ਤੇਜ਼ੀ ਨਾਲ ਵੱਧ ਰਿਹਾ ਹੈ। ਅਤੇ ਜੇ ਇਹ g ਫੰਕਸ਼ਨ ਇੱਥੇ ਡਾਇਵਰਜ ਕਰਦਾ ਹੈ ਤਾਂ ਜੇ ਇਹ g ਡਾਇਵਰਜ ਹੋ ਜਾਂਦਾ ਹੈ ਤਾਂ ਅਸੀਂ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਦੂਸਰਾ ਇੰਟੀਗਰਲ ਜੋ ਕਿ a ਤੋਂ b f(x) dx ਹੈ ਜੋ ਡਾਇਵਰਜ ਵੀ ਕਰਦਾ ਹੈ। ਇਸ ਲਈ ਅਸੀਂ ਇਸ ਸਿੰਪਲ ਟੈਸਟ ਤੇ ਕਈ ਉਦਾਹਰਨਾਂ ਦੀ ਚਰਚਾ ਕਰ ਸਕਦੇ ਜਿੱਥੇ ਇੰਟੀਗਰਲ ਦੇ ਆਧਾਰ ਤੇ ਜਿਸ ਬਾਰੇ ਅਸੀਂ ਹੁਣੇ ਹੀ ਇਸ ਟੈਸਟ ਇੰਟੀਗਰਲ ਤੇ ਚਰਚਾ ਕੀਤੀ ਹੈ। ਇਸ ਲਈ ਇਹ ਬਹੁਤ ਉਪਯੋਗੀ ਹੋਣ ਵਾਲਾ ਹੈ। ਟਾਈਪ 1 ਇੰਟੀਗਰਲ ਦੇ ਲਈ ਇੱਕ ਹੋਰ ਡਿਰਿਕਲੇਟ ਟੈਸਟ ਸੀ ਜਿਸ ਦੀ ਅਸੀਂ ਚਰਚਾ ਕੀਤੀ ਹੈ ਅਤੇ ਦੁਬਾਰਾ ਇੱਥੇ ਇੱਕ ਪੈਰਲਲ ਟੈਸਟ ਵੀ ਹੈ ਜਿੱਥੇ ਜ਼ਿਆਦਾ ਜਾਂ ਘੱਟ ਇੱਕੋ ਜਿਹਾ ਹੈ। ਜੇ ਇਹ f ਇੰਟੀਗਰਲ ਯੂਨੀਫਾਰਮਲੀ ਬਾਉਂਡਡ ਹੈ ਤਾਂ ਇਸ ਦਾ ਮਤਲਬ ਹੈ ਕਿ ਇੱਥੇ ਕੋਈ ਵੀ b a ਨਾਲੋਂ ਵੱਡਾ ਹੈ। ਉਸ ਸਥਿਤੀ ਵਿੱਚ ਅਸੀਂ ਇਸ ਨੂੰ ਕਿਸੇ ਕੋਨਸਟੈਂਟ ਨਾਲ ਕਿਸੇ ਵੀ ਐਪਸੀਲੋਨ ਪੋਜ਼ਿਟਿਵ ਲਈ ਬਾਉਂਡ ਕਰ ਸਕਦੇ ਹਾਂ। ਅੱਗੇ ਜੇ ਅਸੀਂ ਇਹ ਮੰਨ ਲਈਏ ਕਿ ਕੋਈ ਹੋਰ ਫੰਕਸ਼ਨ g ਮੋਨੋਟੋਨ ਹੈ ਅਤੇ ਬਾਉਂਡਡ ਅਤੇ 0 ਦੇ ਨੇੜੇ ਪਹੁੰਚ ਰਿਹਾ ਹੈ ਜਿਵੇਂ ਕਿ x ਇਸ a ਦੇ ਨੇੜੇ ਪਹੁੰਚ ਰਿਹਾ ਹੈ ਅਤੇ ਫਿਰ ਇਸ ਡਿਰਿਕਲੇਟ ਦਾ ਟੈਸਟ ਇਹ ਸਿੱਟਾ ਕੱਢਦਾ ਹੈ ਕਿ ਇੰਟੀਗਰਲ a ਤੋਂ b ਇਸ ਪ੍ਰੋਡਕਟ ਨੂੰ ਲੈ ਕੇ f(x) gx ਵੀ ਕਨਵਰਜ ਹੋ ਜਾਂਦਾ ਹੈ। ਇਸ ਲਈ ਇਹ ਡਿਰਿਕਲੇਟ ਟੈਸਟ ਵੀ ਉਪਯੋਗੀ ਹੁੰਦਾ ਹੈ ਜਦੋਂ ਸਾਡੇ ਕੋਲ ਇਸ ਤਰ੍ਹਾਂ ਦੇ ਦੋ ਇੰਟੀਗਰਲ ਦੇ ਪ੍ਰੋਡਕਟ ਹੁੰਦੇ ਹਨ ਅਤੇ ਇੱਕ ਸਾਨੂੰ ਪਤਾ ਹੈ ਕਿ ਇਹ ਮੋਨੋਟੋਨ ਹੈ ਅਤੇ ਇਹ 0 ਦੇ ਬਾਉਂਡਡ ਵੀ ਹੈ ਅਤੇ ਦੂਸਰਾ ਇੱਥੇ ਇਹ ਇੰਟੀਗਰਲ ਯੂਨੀਫਾਰਮਲੀ ਬਾਉਂਡਡ ਹੈ। ਇਸ ਲਈ ਉਸ ਸਥਿਤੀ ਵਿੱਚ ਅਸੀਂ ਇਸ ਡਿਰਿਕਲੇਟ ਟੈਸਟ ਦੀ ਵਰਤੋਂ ਇਸ ਦੀ ਕਨਵਰਜੈਂਸ ਨੂੰ ਸਾਬਤ ਕਰਨ ਲਈ ਕਰ ਸਕਦੇ ਹਾਂ ਜਦੋਂ ਉਦਾਹਰਨ ਦੇ ਲਈ ਸਾਡੇ ਕੋਲ ਇਸ ਪ੍ਰੋਡਕਟ ਦਾ ਇੰਟੀਗਰਲ ਹੈ। ਅਸੀਂ ਇਸ ਇੰਟੀਗਰਲ 0 ਤੋਂ 3 ਅਤੇ dx 3-x² ਦੇ ਕਨਵਰਜੈਂਸ ਦਾ ਟੈਸਟ ਕਰਨਾ ਚਾਹੁੰਦੇ ਹਾਂ। ਇਸ ਲਈ ਜੇ ਤੁਸੀਂ ਇਸ ਇੰਟੀਗਰਲ ਦੇ ਕਨਵਰਜੈਂਸ ਨੂੰ ਟੈਸਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਪਹਿਲਾਂ ਇਹ ਨਹੀਂ ਕਰਨਾ ਚਾਹੀਦਾ ਕਿ ਇੰਟੀਗਰੈਂਟ ਉੱਪਰਲੇ ਸਿਰੇ ਤੇ ਅਨਬਾਊਂਡਡ ਹੈ। ਇਸ ਲਈ ਅਸੀਂ
ਆਪਣੀ ਪਿਛਲੀ ਚਰਚਾ ਦੇ ਅਨੁਸਾਰ ਨਹੀਂ ਬਲਕਿ ਇਸ ਬਾਰੇ ਗੱਲ ਕਰ ਰਹੇ ਹਾਂ। ਮੇਰਾ ਮਤਲਬ ਹੈ ਹਾਲਾਂਕਿ ਅਸੀਂ ਸਿਮਿਲਰਲੀ ਡੀਲ ਕਰ ਸਕਦੇ ਹਾਂ। ਜਦੋਂ ਸਾਡੇ ਕੋਲ ਇਹ ਇੰਟੀਗਰਲ ਉੱਪਰਲੀ ਬਾਉਂਡ ਤੇ ਅਨਬਾਉਂਡਡ ਹੁੰਦਾ ਜਾ ਰਿਹਾ ਹੈ ਪਰ ਦੂਜੇ ਪਾਸੇ ਅਸੀਂ ਸਿਰਫ ਇੱਕ ਵਾਜਬ ਸਬਸਟੀਟਿਊਸ਼ਨ ਦੁਆਰਾ ਕਨਵਰਟ ਕਰ ਸਕਦੇ ਹਾਂ ਤਾਂ ਜੋ ਸਾਡਾ ਇੰਟੀਗਰੈਂਟ ਅਨਬਾਉਂਡਡ ਹੋ ਜਾਏ। ਜਦੋਂ ਅਸੀਂ ਇੰਟੀਗਰਲ ਦੀ ਇਸ ਹੇਠਲੀ ਬਾਉਂਡਰੀ ਦੇ ਨੇੜੇ ਪਹੁੰਚ ਰਹੇ ਹਾਂ ਤਾਂ ਇਸ 3-x ਨੂੰ ਸਬਸਟੀਟਿਊਟਿੰਗ ਕਰਨ ਤੇ t ਇਕੁਅਲ ਹੁੰਦਾ ਹੈ। ਅਸੀਂ ਇਸ ਨੂੰ ਸਬਸਟੀਟਿਊਟ ਕਰਦੇ ਹਾਂ 3-x ਇਕੁਅਲ ਹੈ t ਦੇ, ਅਤੇ ਇਸ ਦਾ ਮਤਲਬ ਇਹ ਹੋਵੇਗਾ ਕਿ dx dt ਦੇ ਇਕੁਅਲ ਹੈ। ਅਤੇ ਇਹ ਇੰਟੀਗਰਲ ਬਣ ਜਾਵੇਗਾ ਜਦੋਂ x ਗੋਜ਼ 0 ਤਾਂ ਇਹ t3 ਹੁੰਦਾ ਹੈ ਅਤੇ ਜਦੋਂ ਇਸ dt ਦੇ ਨਾਲ ਮਾਈਨਸ ਸਾਈਨ ਦੇ ਨਾਲ x 3t 0 ਹੁੰਦਾ ਹੈ, ਅਤੇ ਫਿਰ 3-x ਨੂੰ t ਕਿਹਾ ਜਾਂਦਾ ਹੈ। ਅਤੇ ਫਿਰ ਸਾਡੇ ਕੋਲ ਇੱਥੇ x ਸਕੁਏਅਰ ਪਲਸ 1 ਹੈ ਤਾਂ ਫਿਰ x 3 t ਹੋਲ ਸਕੁਏਅਰ ਪਲਸ 1 ਹੈ ਤਾਂ ਜੋ ਇਹ ਇੰਟੀਗਰਲ ਹੋਏਗਾ ਅਤੇ ਫਿਰ ਇਸ ਪਲਸ ਨੂੰ ਇੱਥੇ ਬਣਾਉਣ ਤੇ ਇਹ 0 ਹੋ ਜਾਵੇਗਾ ਅਤੇ ਇਹ 3 ਹੋ ਜਾਏਗਾ। ਤਾਂ ਸਾਡੇ ਕੋਲ td/3 dt ਅਤੇ 3 t ਸਕੁਏਅਰ ਪਲਸ 1 ਦਾ ਇੰਟੀਗਰਲ 0 ਹੈ। ਤਾਂ ਫਿਰ 0 ਤੋਂ 3 dt/t 3 t ਸਕੁਏਅਰ ਪਲਸ 1 ਦੇ ਇਕੁਅਲ ਹੈ। ਅਸੀਂ ਹੁਣ ਇਸ ਇੰਟੀਗਰਲ ਦੇ ਕਨਵਰਜੈਂਸ ਬਾਰੇ ਗੱਲ ਕਰ ਸਕਦੇ ਹਾਂ ਅਤੇ ਹੁਣ ਸਾਡਾ ਇੰਟੀਗਰੈਂਟ ਅਨਬਾਉਂਡਡ ਹੋ ਰਿਹਾ ਹੈ ਜਦੋਂ ਇਹ t 0 ਤੇ ਜਾ ਰਿਹਾ ਹੈ। ਤਾਂ ਫਿਰ ਇੰਟੀਗਰਲ ਦੇ ਲੋਅਰ ਐਂਡ ਤੇ ਇੰਟੀਗਰਲ ਤਾਂ ਫਿਰ ਅਸੀਂ ਹੁਣ ਕੰਪੈਰੀਜ਼ਨ ਦੇਖਦੇ ਹਾਂ। ਇਹ ਫੰਕਸ਼ਨ gt 1/t ਦੇ ਇਕੁਅਲ ਹੈ, ਇਸ ਲਈ ਅਸੀਂ 1/t ਲੈਂਦੇ ਹਾਂ ਅਤੇ ਜਿਸ ਕਾਰਨ ਅਸੀਂ ਸਪਸ਼ਟ ਹਾਂ ਕਿ ਅਸੀਂ ਬਟਾ 1 ਲੈ ਰਹੇ ਹਾਂ। ਇਸ ਕੇਸ ਵਿੱਚ ਜਦੋਂ ਸਾਡੇ ਕੋਲ ਇਹ ਫੰਕਸ਼ਨ ਹੁੰਦਾ ਹੈ ਤਾਂ ਸਾਡਾ ਇੰਟੀਗਰੈਂਟ ਇੱਥੇ ft 1/t ਸਕੁਏਅਰ ਰੂਟ ਅਤੇ ਇਹ 3 t ਹੋਲ ਸਕੁਏਅਰ ਪਲਸ 1 ਸੀ ਅਤੇ ਇਸ ਲਈ ਇਹ ਇੰਟੀਗਰੈਂਟ ਸੀ ਅਤੇ 0 ਦੇ ਨੇੜੇ ਆ ਰਿਹਾ ਹੈ। ਇਸ ਲਈ ਜਿਵੇਂ ਕਿ t 0 ਦੇ ਨੇੜੇ ਆ ਰਿਹਾ ਹੈ ਜਦਕਿ t/1 ਸਮੱਸਿਆ ਪੇਸ਼ ਕਰ ਰਿਹਾ ਹੈ ਤਾਂ ਇਸ ਸਕੁਏਅਰ ਰੂਟ ਵਿੱਚ ਕੋਈ ਮੁੱਦਾ ਨਹੀਂ ਹੈ ਜਦੋਂ t 0 ਦੇ ਨੇੜੇ ਆਉਂਦਾ ਹੈ। ਜਦੋਂ t 0 ਦੇ ਨੇੜੇ ਆਉਂਦਾ ਹੈ ਤਾਂ ਇਹ ਫੰਕਸ਼ਨ t/1 ਦੇ ਕਾਰਨ ਅਨਬਾਉਂਡਡ ਹੋ ਰਿਹਾ ਹੈ। ਇਸ ਲਈ ਇਸ ਦਾ ਮਤਲਬ ਹੈ ਕਿ ਇਹ ਵਿਵਹਾਰ ਜਦੋਂ t 0 ਦੇ ਨੇੜੇ ਆ ਜਾਂਦਾ ਹੈ ਤਾਂ ਇਸ ਨੂੰ 1/t ਕਿਹਾ ਜਾਂਦਾ ਹੈ। ਤਾਂ ਫਿਰ ਅਸੀਂ ਇਸ ਫੰਕਸ਼ਨ gt ਨੂੰ 1/t ਦੇ ਰੂਪ ਵਿੱਚ ਚੁਣਾਂਗੇ, ਇਸ ਲਈ ਇਸ ਨੂੰ ਅਸੀਂ ਇਸ ਫੰਕਸ਼ਨ ਨੂੰ 1/t ਲਿਆ ਹੈ। ਅਸੀਂ ਇਸ ਲਿਮਿਟ ਨੂੰ ਇਸ ਤਰ੍ਹਾਂ ਕੰਪਿਊਟ ਕਰ ਸਕਦੇ ਹਾਂ ਕਿ ਜਿਵੇਂ t 0 ft/gt ਤੱਕ ਪਹੁੰਚ ਰਿਹਾ ਹੈ, ਇਸ ਲਈ ਇਹ ft 1/t ਹੈ ਅਤੇ ਇਸ ਦਾ ਸਕੁਏਅਰ ਰੂਟ 3 t ਸਕੁਏਅਰ ਪਲਸ 1 ਹੈ ਅਤੇ ਤਾਂ ਫਿਰ gt ਦੁਬਾਰਾ 1/t ਹੋ ਜਾਵੇਗਾ, ਇਸ ਲਈ ਇਹ t ਕੈਂਸਲ ਕਰ ਦਿੱਤਾ ਜਾਵੇਗਾ ਅਤੇ ਫਿਰ ਉਸ ਸਥਿਤੀ ਵਿੱਚ ਜਦੋਂ t 0 ਦੇ ਨੇੜੇ ਪਹੁੰਚੇਗਾ ਤਾਂ ਤੁਹਾਨੂੰ ਸਕੁਏਅਰ ਰੂਟ 10 ਤੇ ਬਟਾ 1 ਮਿਲੇਗਾ। ਤਾਂ ਇਸ ਕੇਸ ਵਿੱਚ ਇੰਟੀਗਰਲ 0 ਤੋਂ 3 dx 3 x ਸਕੁਏਅਰ ਰੂਟ x ਸਕੁਏਅਰ ਪਲਸ 1 ਹੈ। ਇਹ ਡਾਇਵਰਜ ਹੈ। ਜਦੋਂ ਇਹ ਇੰਟੀਗਰਲ ਹੁੰਦਾ ਹੈ ਤਾਂ ਇੰਟੀਗਰਲ 1/t ਹੁੰਦਾ ਹੈ ਕਿਉਂਕਿ ਅਸੀਂ ਹੁਣ ਇਸ ਇੰਟੀਗਰਲ gt ਨਾਲ ਤੁਲਨਾ ਕਰਨ ਜਾ ਰਹੇ ਹਾਂ ਕਿਉਂਕਿ ਇਹ ਟੈਸਟ ਕਹਿੰਦੇ ਹਨ ਕਿ ਜਦੋਂ ਲਿਮਿਟ ਇੱਕ ਨਾਨ-ਜ਼ੀਰੋ ਨੰਬਰ ਹੁੰਦੀ ਹੈ ਤਾਂ ਇਹ ਇੱਥੇ ਇੱਕ ਨਾਨ-ਜ਼ੀਰੋ ਨੰਬਰ ਹੈ। ਫਿਰ ਦੋਵੇਂ ਇੰਟੀਗਰਲ ਦਾ ਮਤਲਬ ਇੱਕ ਇਹ ਹੈ ਕਿ ਸਾਡੇ ਕੋਲ ਇੱਥੇ 0 ਤੋਂ 3 ਹੈ 1/t dt ਹੈ, ਇਸ ਲਈ ਇਹ ਇੰਟੀਗਰਲ ਹੈ ਅਤੇ ਇਹ ਇੰਟੀਗਰਲ ਜਿਸ ਦੀ ਅਸੀਂ ਕਨਵਰਜੈਂਸ ਦੇ ਲਈ ਟੈਸਟਿੰਗ ਕਰ ਰਹੇ ਹਾਂ ਅਤੇ ਅਸਲ ਵਿੱਚ ਇਹ ਇਸ ਫੰਕਸ਼ਨ ਦੁਆਰਾ ਦਿੱਤੇ ਗਏ x ਦੇ ਫੋਰਮ ਵਿੱਚ ਸੀ ਕਿਉਂਕਿ ਇਹ ਇੰਟੀਗਰਲ ਹੈ ਜਿਸ ਦੀ ਤੁਲਨਾ ਅਸੀਂ ਇਸ ਇੰਟੀਗਰਲ ਡਾਇਵਰਜ ਦੇ ਨਾਲ 1/t ਦੇ ਨਾਲ ਕਰਦੇ ਹਾਂ। ਇਸ ਲਈ ਜੇ ਇਹ ਇੰਟੀਗਰਲ ਡਾਇਵਰਜ ਹੁੰਦਾ ਹੈ ਤਾਂ ਇਹ ਇੰਟੀਗਰਲ ਵੀ ਇਹ ਡਾਇਵਰਜ ਹੋਵੇਗਾ ਅਤੇ ਕੁਦਰਤੀ ਤੌਰ ਤੇ ਦਿੱਤਾ ਗਿਆ ਇੰਟੀਗਰਲ ਹੋਵੇਗਾ। ਇਹ dx/3 x ਸਕੁਏਅਰ ਪਲਸ 1 ਹੀ ਡਾਇਵਰਜ ਹੋਏਗਾ। ਇਸ ਲਈ ਇਸ ਕੰਪੈਰੀਜ਼ਨ ਟੈਸਟ ਰਾਹੀਂ ਅਸੀਂ ਇੰਟੀਗਰਲ ਦੀ ਵੈਲਿਊ ਦੀ ਐਕਸਪਲਿਸਿਟਲੀ ਕੰਪਿਊਟਿੰਗ ਕੀਤੇ ਬਿਨਾਂ ਦੱਸ ਸਕਦੇ ਹਾਂ ਕਿ ਇਹ ਇੰਟੀਗਰਲ ਡਾਇਵਰਜ ਹਾਹਾ। ਹੁਣ ਅਸੀਂ ਇਸ ਇੰਟੀਗਰਲ ਦੇ ਕਨਵਰਜੈਂਸ ਨੂੰ ਟੈਸਟ ਕਰਾਂਗੇ ਜਿੱਥੇ ਸਾਡੇ ਕੋਲ ਪਾਈ ਤੋਂ 4 ਪਾਈ ਹੈ ਅਤੇ x/³ ਰੂਟ x - dx ਸਾਈਨ ਕਰੋ ਤਾਂ ਫਿਰ ਸਾਨੂੰ ਦੁਬਾਰਾ ਇਹ ਸਮੱਸਿਆ ਹੈ ਜਦੋਂ x ਇਨਫਿਨਿਟੀ ਦੇ ਨੇੜੇ ਆ ਰਿਹਾ ਹੈ। ਇਹ ਇੰਟੀਗਰੈਂਟ ਨੇੜੇ ਆ ਰਿਹਾ ਹੈ ਅਤੇ ਅਨਬਾਉਂਡਡ ਹੋ ਰਿਹਾ ਹੈ ਅਤੇ ਹੁਣ ਅਸੀਂ ਇੱਥੇ ਕਨਵਰਜੈਂਸ ਬਾਰੇ ਚਰਚਾ ਕਰਾਂਗੇ। ਇਸ ਲਈ ਇੱਥੇ ਇਹ ਵੇਖਣਾ ਬਹੁਤ ਆਸਾਨ ਹੈ ਕਿ ਜੇ ਅਸੀਂ ਇੰਟੀਗਰੈਂਟ ਦਾ ਐਬਸੋਲਿਊਟ ਵੈਲਿਊ ਮੰਨ ਲੈਂਦੇ ਹਾਂ ਤਾਂ ਅਸੀਂ ਪਿਛਲੇ ਲੈਕਚਰ ਵਿੱਚ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਜਿਸ ਨੂੰ ਐਬਸੋਲਿਊਟ ਕਨਵਰਜੈਂਸ ਕਿਹਾ ਜਾਂਦਾ ਹੈ। ਇਸ ਲਈ ਜੇ ਅਸੀਂ ਇਸ ਇੰਟੀਗਰੈਂਟ ਦੀ ਐਬਸੋਲਿਊਟ ਵੈਲਿਊ ਲੈਂਦੇ ਹਾਂ ਅਤੇ ਹਾਲਾਂਕਿ ਅਸੀਂ ਇਸ ਨੂੰ
ਇੰਟੀਗਰਲ ਕਨਵਰਜ ਐਬਸੋਲਿਊਟਲੀ ਕਹਿੰਦੇ ਹਾਂ ਕਿ ਇਸ ਲਈ ਇਸ ਕੇਸ ਵਿੱਚ ਵੀ ਅਸੀਂ ਇੰਟੀਗਰੈਂਡ ਦੇ ਇਸ ਐਬਸੋਲਿਊਟ ਵੈਲਿਊ ਨੂੰ ਮੰਨ ਲੈਂਦੇ ਹਾਂ ਅਤੇ ਇਹ ਬਟਾ 1 ਨਾਲ ਬਾਉਂਡਡ ਹੁੰਦਾ ਹੈ ਕਿਉਂਕਿ ਇਹ sin x 1 ਨਾਲ ਬਾਉਂਡਡ ਹੈ। ਇਸ ਲਈ ਇਹ ਇੰਟੀਗਰਲ ਇਹ ਐਬਸੋਲਿਊਟ ਵੈਲਿਊ x ਮਾਈਨਸ ਪਾਈ ਦੇ ਕਿਊਬ ਰੂਟ ਬਟਾ 1 ਨਾਲ ਬਾਉਂਡਡ ਹੈ। ਅਤੇ ਇਸ ਕੇਸ ਵਿੱਚ, ਜਦੋਂ ਸਾਡੇ ਕੋਲ ਇਹ ਹੈ ਅਤੇ ਅਸੀਂ ਟੈਸਿਟ ਇੰਟੀਗਰਲ ਦੇ ਬਾਰੇ ਜਾਣਦੇ ਹਾਂ ਕਿ ਇਹ ਇੰਟੀਗਰਲ ਕਿਵੇਂ ਪੇਸ਼ ਆਉਂਦਾ ਹੈ। ਇਸ ਲਈ ਇਹ ਇੰਟੀਗਰਲ 0 ਤੋਂ ਪਾਈ 1 ਬਟਾ a ਕਿਊਬ ਰੂਟ x ਮਾਈਨਸ ਪਾਈ dx ਇਹ ਕਨਵਰਜ ਕਰਦਾ ਹੈ ਕਿਉਂਕਿ ਪਾਵਰ 1/3 ਹੁੰਦੀ ਹੈ ਜੋ 1 ਤੋਂ ਘੱਟ ਹੁੰਦੀ ਹੈ। ਇਸ ਲਈ ਇਹ ਇੰਟੀਗਰਲ ਕਿਸੇ ਪਾਵਰ ਲਈ ਇੱਥੇ x ਮਾਈਨਸ p x ਮਾਈਨਸ ਪਾਈ ਪਾਵਰ ਲਈ ਕਨਵਰਜ ਹੁੰਦਾ ਹੈ। ਇੱਥੇ ਕੋਈ ਵੀ ਪਾਵਰ 1 ਤੋਂ ਘੱਟ ਇਸ ਇੰਟੀਗਰਲ ਕਨਵਰਜ ਹੋ ਜਾਂਦੀ ਹੈ। ਇਸ ਲਈ ਇੱਥੇ ਸਾਡੇ ਕੋਲ ਇਹ ਪਾਵਰ 1/3 ਹੈ। ਇਸ ਲਈ ਇਹ ਕਨਵਰਜ ਕਰਦੀ। ਅਤੇ ਇਸ ਕੇਸ ਵਿੱਚ ਸਾਡੇ ਕੋਲ ਹੈ ਕਿ ਇਹ ਇੰਟੀਗਰਲ ਪਾਈ 2 4 ਪਾਈ sin x ਇਹ ਕਨਵਰਜ ਐਬਸੋਲਿਊਟਲੀ ਹੈ। ਇਸ ਲਈ ਸਾਡੇ ਕੋਲ ਐਬਸੋਲਿਊਟ ਕਨਵਰਜੈਂਸ ਹੈ। ਅਤੇ ਇਸ ਦਾ ਮਤਲਬ ਇਹ ਹੈ ਕਿ ਨਿਸ਼ਚਿਤ ਤੌਰ ਤੇ ਇਹ ਇੰਟੀਗਰਲ ਕਨਵਰਜੈਂਸ ਹੈ ਕਿਉਂਕਿ ਸਾਡੇ ਕੋਲ ਐਬਸੋਲਿਊਟ ਕਨਵਰਜੈਂਸ ਹੈ। ਐਬਸੋਲਿਊਟ ਕਨਵਰਜੈਂਸ ਦਾ ਅਰਥ ਹੈ ਇੰਟੀਗਰਲ ਦੀ ਕਨਵਰਜੈਂਸ। ਹੁਣ ਜੇ ਸਾਡੇ ਕੋਲ ਇੰਪ੍ਰੋਪਰ ਇੰਟੀਗਰਲਸ ਆਫ ਥਰਡ ਕਾਈਂਡ ਹਨ ਤਾਂ ਸਿਰਫ ਇਹ ਯਾਦ ਰੱਖਣ ਲਈ ਕਿ ਇੰਪ੍ਰੋਪਰ ਇੰਟੀਗਰਲ ਆਫ ਥਰਡ ਕਾਈਂਡ ਕੀ ਸੀ, ਇਹ ਇੱਕ ਕਿਸਮ ਦੇ ਅਤੇ ਦੂਜੇ ਕਿਸਮ ਦੇ ਇੰਟੀਗਰਲ ਦਾ ਮਿਸ਼ਰਣ ਸੀ। ਇਸ ਲਈ ਸਾਡੇ ਕੋਲ, ਉਦਾਹਰਣ ਵਜੋਂ, ਇਹ ਇੰਟੀਗਰਲ 1 ਤੋਂ ਇਨਫਿਨਿਟੀ 1 ਬਟਾ x ਸਕੁਏਅਰ ਰੂਟ x ਮਾਈਨਸ dx ਹੈ। ਇਸ ਲਈ ਸਾਡੇ ਕੋਲ ਇੱਥੇ ਦੋਵੇਂ ਕੇਸ ਹਨ। ਅਸੀਂ ਇਸ ਇਨਫਿਨਿਟੀ ਨੂੰ ਇੰਟੀਗਰਲ ਦੀ ਲਿਮਿਟ ਵਿੱਚ ਵੇਖਦੇ ਹਾਂ ਅਤੇ ਇਹ ਵੀ ਕਿ ਜਦੋਂ x ਇਸ ਇੰਟੀਗਰੈਂਡ ਦੇ ਨੇੜੇ ਆ ਰਿਹਾ ਹੈ ਅਤੇ ਅਨਬਾਉਂਡਡ ਹੋ ਰਿਹਾ ਹੈ ਸਾਡੇ ਕੋਲ ਟਾਈਪ 1 ਦਾ ਇੰਟੀਗਰਲ f ਹੈ। ਟਾਈਪ 2, ਇਸ ਲਈ ਅਸੀਂ ਇਸ ਤਰ੍ਹਾਂ ਦੇ ਇੰਪ੍ਰੋਪਰ ਇੰਟੀਗਰਲ ਨੂੰ ਪਹਿਲੀ ਅਤੇ ਦੂਜੀ ਕਿਸਮ ਦੇ ਇੰਪ੍ਰੋਪਰ ਇੰਟੀਗਰਲ ਦੇ ਟਰਮਜ਼ ਵਿੱਚ ਪ੍ਰਗਟ ਕਰ ਸਕਦੇ ਹਾਂ ਅਤੇ ਅਸੀਂ ਮੂਲ ਰੂਪ ਵਿੱਚ ਅਜਿਹੇ ਇੰਟੀਗਰਲਸ ਦਾ ਮੁਲਾਂਕਣ ਕਰ ਸਕਦੇ ਹਾਂ, ਜਾਂ ਅਸੀਂ ਅਜਿਹੇ ਇੰਟੀਗਰਲਸ ਦੇ ਕਨਵਰਜੈਂਸ ਬਾਰੇ ਗੱਲ ਕਰ ਸਕਦੇ ਹਾਂ। ਤਾਂ ਇਸ ਕੇਸ ਵਿੱਚ ਸਾਡੇ ਕੋਲ ਇੱਕ ਇੰਟੀਗਰਲ 1 ਬਟਾ x ਸਕੁਏਅਰ ਰੂਟ x ਮਾਈਨਸ 1 dx ਹੈ। ਅਤੇ ਅਸੀਂ ਇਸ ਨੂੰ ਦੋ ਇੰਟੀਗਰਲ ਇਨਟੂ ਵੰਡ ਸਕਦੇ ਹਾਂ। ਇਸ ਲਈ ਪਹਿਲੇ ਵਿੱਚ ਅਸੀਂ 1 ਤੋਂ 2 ਦੀ ਲਿਮਿਟ ਲੈ ਲਈ ਹੈ, ਇਸ ਲਈ ਇਹ ਲਿਮਿਟ 1 ਤੋਂ 2 ਅਤੇ ਦੂਜੇ ਕੇਸ ਵਿੱਚ ਹੈ ਫਿਰ ਅਸੀਂ 2 ਤੋਂ ਇਨਫਿਨਿਟੀ ਤੱਕ ਲਿਆ ਹਾਂ। ਹੁਣ ਕੀ ਹੁੰਦਾ ਹੈ ਫਸਟ ਇੰਟੀਗਰਲ ਵਿੱਚ ਸਾਡੇ ਕੋਲ ਕੋਈ ਇਨਫਿਨਿਟੀ ਨਹੀਂ ਹੈ। ਤਾਂ ਫਿਰ ਉਸ ਕੇਸ ਵਿੱਚ ਇਹ ਇੰਟੀਗਰੈਂਟ ਅਨਬਾਉਂਡਡ ਹੋ ਰਿਹਾ ਹੈ ਤਾਂ ਫਿਰ ਇਹ ਟਾਈਪ 2 ਦੀ ਟਾਈਪ ਦੇ ਇੰਪ੍ਰੋਪਰ ਇੰਟੀਗਰਲ ਦਾ ਇੱਕ ਇੰਪ੍ਰੋਪਰ ਇੰਟੀਗਰਲ ਹੈ, ਜਿਸ ਬਾਰੇ ਅਸੀਂ ਚਰਚਾ ਕੀਤੀ ਹੈ। ਅਤੇ ਇੱਥੇ ਇਹ ਇੰਟੀਗਰਲ ਹੈ, ਇਸ ਤੋਂ ਇਲਾਵਾ ਕੋਈ ਸਮੱਸਿਆ ਨਹੀਂ ਹੈ। ਫੰਕਸ਼ਨ 2 ਤੋਂ ਇਨਫਿਨਿਟੀ ਤੱਕ ਪੂਰੀ ਰੇਂਜ ਵਿੱਚ ਬਾਉਂਡਡ ਹੈ ਅਤੇ ਇਹ ਟਾਈਪ 1 ਦੇ ਇੰਨੇ ਇੰਪ੍ਰੋਪਰ ਇੰਟੀਗਰਲ ਦਾ ਇੰਪ੍ਰੋਪਰ ਇੰਟੀਗਰਲ ਹੈ। ਤਾਂ ਫਿਰ ਅਸੀਂ ਇਸ ਇੰਟੀਗਰਲ ਨੂੰ ਦੋ ਭਾਗਾਂ ਇਨਟੂ ਵੰਡ ਦਿੱਤਾ ਹੈ। ਪਹਿਲਾ ਇੱਕ ਟਾਈਪ 2 ਦਾ ਇੰਪ੍ਰੋਪਰ ਇੰਟੀਗਰਲ ਹੈ, ਦੂਜਾ ਫਿਰ ਟਾਈਪ 1 ਦਾ ਇੰਪ੍ਰੋਪਰ ਇੰਟੀਗਰਲ ਹੈ। ਅਤੇ ਫਿਰ ਅਸੀਂ ਕਨਵਰਜੈਂਸ ਲਈ ਹਰੇਕ ਦੀ ਕਨਵਰਜੈਂਸ ਬਾਰੇ ਵੱਖਰੇ ਤੌਰ ਤੇ ਚਰਚਾ ਕਰ ਸਕਦੇ ਹਾਂ। ਅਸੀਂ ਇਸ ਕੰਪੈਰੀਜ਼ਨ ਟੈਸਟ ਦੀ ਵਰਤੋਂ ਕਰਾਂਗੇ ਅਤੇ ਇੱਥੇ ਫਸਟ ਇੰਟੀਗਰਲ ਲਈ ਜੇ ਅਸੀਂ ਪਹਿਲਾਂ ਚਰਚਾ ਕੀਤੀ ਹੈ ਤਾਂ ਅਸੀਂ ਇਸ ਫੰਕਸ਼ਨ ਨੂੰ 1 ਬਟਾ ਸਕੁਏਅਰ ਰੂਟ x ਮਾਈਨਸ 1 ਤੇ ਲੈ ਜਾਵਾਂਗੇ ਅਤੇ ਕਾਰਨ ਸਪਸ਼ਟ ਹੈ। ਇੱਥੇ ਪਹਿਲੇ ਇੰਟੀਗਰਲ ਤੇ ਇੱਕ ਨਜ਼ਰ ਮਾਰੀਏ ਤਾਂ ਇਸ ਕੇਸ ਵਿੱਚ ਫਸਟ ਇੰਟੀਗਰਲ ਸਾਡੇ ਕੋਲ ਇਹ ਇੰਟੀਗਰੈਂਟ x ਬਟੇ x ਸਕੁਏਅਰ ਰੂਟ x ਮਾਈਨਸ 1 ਹੈ ਜੋ ਅਨਬਾਉਂਡਡ ਹੋ ਰਿਹਾ ਹੈ। ਜਦੋਂ x 1 ਦੇ ਨੇੜੇ ਆ ਰਿਹਾ ਹੈ ਤਾਂ ਇਹ ਫੈਕਟਰ ਇੱਥੇ ਇਸ ਸਕੁਏਅਰ ਰੂਟ x ਮਾਈਨਸ 1 ਦੇ ਨਾਲ ਫੰਕਸ਼ਨ ਵਿੱਚ ਇਸ ਨੂੰ ਅਨਬਾਉਂਡਡ ਬਣਾ ਰਿਹਾ ਹੈ, ਕਿਉਂਕਿ ਇੱਕ x ਦੇ ਨੇੜੇ ਆ ਰਿਹਾ ਹੈ। ਇਸ ਲਈ ਅਸੀਂ ਚੁਣਾਂਗੇ ਕਿ ਅਸੀਂ ਉਸ ਫੰਕਸ਼ਨ ਨਾਲ ਤੁਲਨਾ ਕਰਾਂਗੇ ਜੋ ਅਸੀਂ ਇੱਥੇ gx ਜਾਂ g1x ਨੂੰ ਸਕੁਏਅਰ ਰੂਟ x ਮਾਈਨਸ 1 ਦੇ ਰੂਪ ਵਿੱਚ ਲਿਆ ਹੈ। ਜੇ ਅਸੀਂ ਇੱਥੇ ਦੋਵਾਂ ਦਾ ਅਨੁਪਾਤ ਲੈਂਦੇ ਹਾਂ ਤਾਂ f ਸਾਡਾ ਇੰਟੀਗਰੈਂਟ ਸੀ। ਤਾਂ ਫਿਰ ਇੱਥੇ 1 ਬਟਾ x ਤੇ ਪਹਿਲਾ ਇੰਟੀਗਰਲ f(x) ਸੀ ਅਤੇ x ਮਾਈਨਸ 1 ਦੂਜੇ ਇੰਟੀਗਰਲ ਵਿੱਚ gx ਰੂਟ ਬਟਾ x ਮਾਈਨਸ 1 ਹੈ। ਅਤੇ ਜੇ ਅਸੀਂ ਇਹ ਲਿਮਿਟ ਨੂੰ f(x) ਬਟਾ gx ਲੈਂਦੇ ਹਾਂ ਅਤੇ ਫਿਰ ਇਸ ਕੇਸ ਵਿੱਚ 1 ਦੇ ਨੇੜੇ ਪਹੁੰਚਣ ਵਾਲੀ ਲਿਮਿਟ x ਨੂੰ ਚੈੱਕ ਕਰੋ। ਹੁਣ ਕੀ ਹੋਵੇਗਾ, ਇਸ ਲਈ ਲਿਮਿਟ x ਨੂੰ 1 ਦੇ ਨੇੜੇ ਕਰੋ ਅਤੇ ਇਹ f(x) ਬਟਾ gx ਹੈ ਤਾਂ ਫਿਰ ਇਹ 1 ਬਟਾ x ਬਚ ਜਾਵੇਗਾ, ਦੂਸਰਾ 1 ਰੱਦ ਹੋ ਜਾਵੇਗਾ।
1 ਬਟਾ ਸਕੁਏਰ ਰੂਟ x ਮਾਈਨਸ 1 ਹੈ ਅਤੇ x 1 ਤੱਕ ਪਹੁੰਚਦਾ ਹੈ, ਇਹ 1 ਹੈ। ਇਸ ਲਈ ਅਸੀਂ ਇਸ ਅਨੁਪਾਤ ਦੀ ਲਿਮਿਟ ਦੇ ਰੂਪ ਵਿੱਚ ਇੱਥੇ ਇਹ ਨਾਨ-ਜ਼ੀਰੋ ਨੰਬਰ ਪ੍ਰਾਪਤ ਕਰ ਰਹੇ ਹਾਂ, ਜਿਸ ਦਾ ਅਰਥ ਹੈ ਕਿ ਇਹ ਇੰਟੀਗਰਲ ਦਿੱਤਾ ਗਿਆ ਇੰਟੀਗਰਲ ਅਤੇ ਇਸ g ਦਾ ਇੰਟੀਗਰਲ ਹੈ, ਤਾਂ ਫਿਰ ਇੰਟੀਗਰਲ 1 ਤੋਂ 2 ਅਤੇ ਇਹ 1 ਬਟਾ ਸਕੁਏਰ ਰੂਟ x ਮਾਈਨਸ 1 ਦੋਵੇਂ ਇੱਕੋ ਜਿਹਾ ਵਿਵਹਾਰ ਕਰਨਗੇ। ਅਤੇ ਅਸੀਂ ਟੈਸਿਟ ਇੰਟੀਗਰਲ ਤੋਂ ਜਾਣਦੇ ਹਾਂ ਕਿ ਇਹ ਇੰਟੀਗਰਲ 1 ਬਟਾ ਸਕੁਏਰ ਰੂਟ x ਮਾਈਨਸ 1 dx ਅਤੇ 1 ਤੋਂ 2 ਇਹ ਇੰਟੀਗਰਲ ਕਨਵਰਜ ਹੈ, ਇਸ ਲਈ ਦਿੱਤਾ ਗਿਆ ਇੰਟੀਗਰਲ ਇਹ ਵੀ ਕਨਵਰਜ ਹੁੰਦਾ ਹੈ। ਇਸ ਲਈ ਇਹ ਇੰਟੀਗਰਲ ਕਨਵਰਜ ਅਸੀਂ ਕੰਪੈਰੀਜ਼ਨ ਟੈਸਟਾਂ ਤੋਂ ਵੇਖਿਆ ਹੈ ਕਿ ਟਾਈਪ 2 ਕਨਵਰਜ ਦਾ ਇਹ ਇੰਟੀਗਰਲ। ਹੁਣ ਅਸੀਂ ਦੂਜੇ ਇੰਟੀਗਰਲ ਨੂੰ ਵੇਖਾਂਗੇ। ਇਸ ਲਈ ਦੂਜੇ ਇੰਟੀਗਰਲ ਲਈ ਅਸੀਂ ਫੰਕਸ਼ਨ 1 ਬਟਾ x ਸਕੁਏਰ ਚੁਣਾਂਗੇ। ਕਾਰਨ ਦੁਬਾਰਾ ਸਪਸ਼ਟ ਹੈ ਕਿਉਂਕਿ ਇੱਥੇ ਫੰਕਸ਼ਨ ਸਮੱਸਿਆ ਇਸ ਇਨਫਿਨਿਟੀ ਦੇ ਕਾਰਨ ਹੈ, ਇਸ ਲਈ ਅਸੀਂ ਇਸ ਫੰਕਸ਼ਨ ਦੇ ਵਿਵਹਾਰ ਨੂੰ ਚੈੱਕ ਕਰਾਂਗੇ। ਕਿਉਂਕਿ x ਇਨਫਿਨਿਟੀ ਦੇ ਨੇੜੇ ਆ ਰਿਹਾ ਹੈ ਅਤੇ ਉੱਥੋਂ ਅਸੀਂ ਕੰਪੈਰੀਜ਼ਨ ਲਈ ਫੰਕਸ਼ਨ g ਲਵਾਂਗੇ। ਇਸ ਲਈ ਜੇ ਅਸੀਂ ਇਸ f(x) ਨੂੰ ਇੱਥੇ ਲੈਂਦੇ ਹਾਂ ਜੋ ਕਿ ਇੰਟੀਗਰਲ ਸੀ, ਤਾਂ ਫਿਰ 1 ਬਟਾ ਇਸ x ਤੇ ਅਤੇ ਇਸ ਸਕੁਏਰ ਰੂਟ x ਮਾਈਨਸ 1, ਤਾਂ ਇਹ ਉਦੋਂ ਲੱਗਦਾ ਹੈ ਜਦੋਂ x ਇਨਫਿਨਿਟੀ ਦੇ ਨੇੜੇ ਆ ਰਿਹਾ ਹੈ, ਤਾਂ ਇਹ ਪਹਿਲਾਂ ਵਰਗਾ ਹੈ। ਮੈਂ ਇਸ ਨੂੰ ਇਸ x ਸਕੁਏਰ ਤੇ ਦੁਬਾਰਾ ਲਿਖਾਂਗਾ ਅਤੇ ਇੱਥੇ ਮੈਂ 1 ਬਟਾ 1 ਮਾਈਨਸ x ਲਵਾਂਗਾ, ਇਸ ਲਈ ਮੈਂ ਇਸ x1 ਨੂੰ ਇਸ 1 ਤੇ ਲੈ ਜਾਵਾਂਗਾ। ਅਤੇ ਹੁਣ ਜੇ ਅਸੀਂ ਵਿਵਹਾਰ ਨੂੰ x ਇਨਫਿਨਿਟੀ ਦੇ ਨੇੜੇ ਵੇਖਦੇ ਹਾਂ, ਇਸ ਲਈ ਇਹ ਟਰਮ ਇੱਥੇ ਮੁਸ਼ਕਲ ਨਹੀਂ ਪੇਸ਼ ਕਰ ਰਿਹਾ ਹੈ ਕਿਉਂਕਿ x ਇਨਫਿਨਿਟੀ ਗੋਜ਼ ਟੂ 1 ਹੈ। ਅਤੇ ਤਾਂ ਫਿਰ ਸਾਡੇ ਕੋਲ ਇਹ x ਸਕੁਏਰ ਹੈ, ਇਸ ਲਈ ਇਸ ਫੰਕਸ਼ਨ ਦਾ ਵਿਵਹਾਰ 1 ਬਟਾ x ਸਕੁਏਰ ਵਰਗਾ ਹੈ। ਜਿਵੇਂ ਕਿ x ਇਨਫਿਨਿਟੀ ਦੇ ਵੱਲ ਆ ਰਿਹਾ ਹੈ, ਤਾਂ ਫਿਰ ਸਾਨੂੰ ਇੱਥੇ ਫੰਕਸ਼ਨ g 1 ਬਟਾ x ਸਕੁਏਰ ਦੇ ਰੂਪ ਵਿੱਚ ਮਿਲਿਆ। ਅਤੇ ਜੇ ਸਾਨੂੰ ਕੰਪੈਰੀਜ਼ਨ ਟੈਸਟ ਲਈ ਇਹ ਲਿਮਿਟ ਮਿਲਦੀ ਹੈ ਤਾਂ ਲਿਮਿਟ x ਗੋਜ਼ ਟੂ ਇਨਫਿਨਿਟੀ ਅਤੇ ਇਹ f(x) ਬਟਾ gx ਹੈ, ਤਾਂ ਫਿਰ f(x) ਸੀ 1 ਬਟਾ ਇਹ x ਅਤੇ ਸਕੁਏਰ ਰੂਟ x ਮਾਈਨਸ 1 ਅਤੇ ਫਿਰ ਇਹ gx ਦੁਬਾਰਾ 1 ਬਟਾ x ਸਕੁਏਰ ਹੈ, ਤਾਂ ਸਾਡੇ ਕੋਲ x ਸਕੁਏਰ ਹੈ। ਤਾਂ ਫਿਰ ਇਹ ਲਿਮਿਟ x ਗੋਜ਼ ਟੂ ਇਨਫਿਨਿਟੀ ਅਤੇ ਦੁਬਾਰਾ ਅਸੀਂ ਇਸ ਕਾਮਨ x ਨੂੰ ਲਵਾਂਗੇ, ਇਸ ਲਈ x ਸਕੁਏਰ ਕੈਂਸਲ ਹੋ ਜਾਵੇਗਾ ਅਤੇ ਸਾਡੇ ਕੋਲ 1 ਮਾਈਨਸ 1 ਬਟਾ x ਅਤੇ ਸਕੁਏਰ ਰੂਟ ਹੈ। ਜਿਵੇਂ ਕਿ x ਗੋਜ਼ ਟੂ ਇਨਫਿਨਿਟੀ ਇਹ 1 ਦੇ ਨੇੜੇ ਆਵੇਗਾ, ਇਸ ਲਈ ਸਾਡੇ ਕੋਲ ਇਹ ਲਿਮਿਟ 1 ਦੇ ਰੂਪ ਵਿੱਚ ਹੈ। ਅਤੇ ਇਸ ਕੇਸ ਵਿੱਚ ਦੁਬਾਰਾ ਉਸੇ ਕਾਰਨ ਕਰਕੇ ਦੋਵੇਂ ਇੰਟੀਗਰਲ ਇੱਕੋ ਜਿਹਾ ਹੀ ਵਿਵਹਾਰ ਕਰਨਗੇ, ਇਸ ਲਈ ਇੱਥੇ ਇੰਟੀਗਰਲ ਦਿੱਤਾ ਗਿਆ ਹੈ ਅਤੇ ਸਾਡਾ ਇੱਕ ਹੋਰ ਟੈਸਿਟ ਇੰਟੀਗਰਲ ਹੈ। ਟੈਸਿਟ ਇੰਟੀਗਰਲ ਕੀ ਹਨ? ਇਸ g ਫੰਕਸ਼ਨ 1 ਬਟਾ x ਸਕੁਏਰ dx ਦੇ ਨਾਲ ਇਹ 2 ਇਨਫਿਨਿਟੀ ਟੈਸਿਟ ਹੈ ਅਤੇ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਇਹ ਟੈਸਿਟ ਇੰਟੀਗਰਲ ਕਨਵਰਜ ਕਰਦਾ ਹੈ, ਇਸ ਲਈ ਇਹ ਕਨਵਰਜ ਕਰਦਾ ਹੈ। ਤਾਂ ਫਿਰ ਇਹ ਇੰਟੀਗਰਲ ਕਨਵਰਜ ਕਰਦਾ ਹੈ ਅਤੇ ਇਸ ਲਈ ਦਿੱਤਾ ਗਿਆ ਇੰਟੀਗਰਲ ਦੂਜਾ ਇੰਟੀਗਰਲ ਹੈ ਜੋ ਕਿ ਟਾਈਪ 1 ਇੰਟੀਗਰਲ ਸੀ ਜੋ ਕਨਵਰਜ ਵੀ ਹੁੰਦਾ ਹੈ। ਤਾਂ ਫਿਰ ਅਸੀਂ ਇੱਥੇ ਕੀ ਵੇਖਿਆ ਹੈ ਕਿ ਰਾਈਟ ਹੈਂਡ ਸਾਈਡ ਦੇ ਦੋਵੇਂ ਇੰਟੀਗਰਲ ਉਹ ਦੋਵੇਂ ਇਸ ਕੰਪੈਰੀਜ਼ਨ ਟੈਸਟ ਦੁਆਰਾ ਕਨਵਰਜ ਹੁੰਦੇ ਹਨ। ਅਸਲ ਵਿੱਚ ਹੁਣ ਇਸ ਕੇਸ ਵਿੱਚ ਅਸੀਂ ਇਸ ਇੰਟੀਗਰਲ ਨੂੰ 2 ਭਾਗਾਂ ਇਨਟੂ ਵੰਡ ਕੇ ਉਸੇ ਵਿਚਾਰ ਦੀ ਵਰਤੋਂ ਕਰਦਿਆਂ ਇਸ ਫੰਕਸ਼ਨ ਦਾ ਮੁਲਾਂਕਣ ਵੀ ਕਰ ਸਕਦੇ ਹਾਂ, ਜਿੱਥੇ ਫਸਟ ਇੰਟੀਗਰਲ ਟਾਈਪ 2 ਦਾ ਇੰਟੀਗਰਲ ਹੋਵੇਗਾ, ਦੂਜਾ ਇੰਟੀਗਰਲ ਟਾਈਪ 1 ਦਾ ਹੋਵੇਗਾ, ਅਤੇ ਫਿਰ ਅਸੀਂ ਹਰ ਇੱਕ ਦਾ ਮੁਲਾਂਕਣ ਕਰ ਸਕਦੇ ਹਾਂ। ਜਾਂ ਅਸੀਂ ਹੁਣ ਇਸ ਇੰਟੀਗਰਲ ਸਮਾਨ ਵਿਚਾਰ ਤੇ ਕੰਸੀਡਰ ਕਰ ਸਕਦੇ ਹਾਂ ਜਿਸ ਨੂੰ ਅਸੀਂ ਇਸ 1 ਪਲੱਸ ਐਪਸੀਲੋਨ ਨੂੰ ਲੈ ਕੇ ਇਸ ਤੋਂ ਪਰਹੇਜ਼ ਕੀਤਾ ਹੈ। ਅਤੇ ਉੱਪਰਲੀ ਲਿਮਿਟ ਜੋ ਕਿ ਇਨਫਿਨਿਟੀ ਸੀ, ਅਸੀਂ ਨੰਬਰ r ਨੂੰ 1a ਨਾਲ ਬਦਲਿਆ। ਇੱਕ ਵੱਡਾ ਨੰਬਰ r ਅਤੇ ਇਸ ਨੂੰ x ਬਟਾ 1 ਅਤੇ ਇਸ x ਮਾਈਨਸ 1 dx ਨੂੰ ਲੈ ਕੇ ਹੁਣ ਅਸੀਂ ਪਹਿਲਾਂ ਇਸ ਇੰਟੈਗਰਲ ਦਾ ਮੁਲਾਂਕਣ ਕਰਾਂਗੇ ਕਿਉਂਕਿ ਇਹ ਇੱਕ ਪ੍ਰੋਪਰ ਇੰਟੀਗਰਲ ਹੈ, ਸਾਨੂੰ ਲੋਅਰ ਐਂਡ ਅਤੇ ਉੱਪਰਲੇ ਐਂਡ ਤੇ ਵੀ ਕੋਈ ਸਮੱਸਿਆ ਨਹੀਂ ਹੈ। ਤਾਂ ਫਿਰ ਅਸੀਂ ਇਸ ਸਕੁਏਰ ਰੂਟ x ਮਾਈਨਸ ਨੂੰ t ਨਾਲ ਸਬਸਟੀਟਿਊਟ ਕਰਨਾ ਚਾਹਾਂਗੇ ਅਤੇ ਫਿਰ ਅਸੀਂ ਇਸ ਇੰਟੀਗਰਲ ਦਾ ਆਸਾਨੀ ਨਾਲ ਮੁਲਾਂਕਣ ਕਰ ਸਕਦੇ। ਤਾਂ ਫਿਰ ਇਸ ਸਬਸਟੀਟਿਊਸ਼ਨ ਨੂੰ ਕਰਨ ਤੇ ਸਾਡੇ ਕੋਲ ਇਹ x ਮਾਈਨਸ 1 t ਸਕੁਏਰ ਦੇ ਇਕੁਅਲ ਹੈ। ਇਸ ਦਾ ਮਤਲਬ ਹੈ ਕਿ ਸਾਡੇ ਕੋਲ ਇਹ dx 2t ਅਤੇ dt ਦੇ ਇਕੁਅਲ ਹੈ। ਤਾਂ ਫਿਰ ਇਸ ਕੇਸ ਵਿੱਚ ਇਹ ਇੰਟੀਗਰਲ ਹੈ। ਇਸ ਲਈ ਜੇ ਅਸੀਂ ਇਸ ਬਾਰੇ ਨਿਸ਼ਚਿਤ ਇੰਟੀਗਰਲ ਵਿੱਚ ਗੱਲ ਕਰਦੇ ਹਾਂ ਤਾਂ 1 ਬਟਾ dx ਨੂੰ ਹੁਣ 1 ਪਲੱਸ t ਸਕੁਏਰ ਦੁਆਰਾ ਬਦਲਿਆ ਜਾਂਦਾ ਅਤੇ ਇਹ ਸਕੁਏਰ ਰੂਟ x ਮਾਈਨਸ 1 ਨੂੰ t ਦੁਆਰਾ ਬਦਲਿਆ ਗਿਆ ਹੈ। ਅਤੇ ਇਹ dx
ਬਾਏ 2t ਇਨਟੂ dt ਵਿੱਚ ਇਸ ਲਈ ਇਹ t ਕੈਂਸਲ ਹੋ ਜਾਂਦਾ ਹੈ ਅਤੇ ਇਹ ਇੰਟੀਗਰਲ ਸਿਰਫ 2/1 ਪਲੱਸ t ਸਕੁਅਰ dt ਬਣ ਜਾਂਦਾ ਹੈ ਜਿਸਨੂੰ ਅਸੀਂ ਇੰਟੀਗਰੇਟ ਕਰ ਸਕਦੇ ਹਾਂ ਤਾਂ ਇਹ 2 ਅਤੇ tan ਇਨਵਰਸ t ਤਾਂ ਇੰਟੀਗਰਲ ਦੀ ਵੈਲਿਊ ਹੈ ਅਤੇ ਹੁਣ ਅਸੀਂ ਉਸ ਲਿਮਿਟ ਨੂੰ ਵਾਪਸ ਰੱਖ ਸਕਦੇ ਹਾਂ ਇਸ ਲਈ ਪਹਿਲਾਂ ਇਹ x ਇਸ ਲਈ ਇੱਥੇ 2 tan ਇਨਵਰਸ ਅਤੇ dt ਸਕੁਅਰ ਰੂਟ x ਮਾਈਨਸ 1 ਹੈ। ਤਾਂ ਫਿਰ ਅਤੇ ਹੁਣ 1 ਪਲੱਸ ਐਪਸੀਲੋਨ ਤੋਂ r ਤੱਕ ਦੀ ਲਿਮਿਟ, ਇਸ ਲਈ ਇਹਨਾਂ ਲਿਮਿਟਸ ਨੂੰ ਇੱਥੇ ਰੱਖ ਕੇ ਹੁਣ ਸਾਨੂੰ 2 ਮਿਲ ਗਏ ਅਤੇ ਇਹ tan ਇਨਵਰਸ ਇਹ ਸਕੁਅਰ ਰੂਟ r ਮਾਈਨਸ 1 ਅਤੇ ਫਿਰ ਮਾਈਨਸ ਇਹ tan ਇਨਵਰਸ ਹੈ ਅਤੇ ਇਸ x ਨੂੰ 1 ਪਲੱਸ ਐਪਸੀਲੋਨ ਨਾਲ ਬਦਲ ਦਿੱਤਾ ਜਾਂਦਾ ਹੈ ਇਸ ਲਈ 1 ਕੈਂਸਲ ਹੋ ਜਾਂਦਾ ਹੈ ਅਤੇ ਸਾਨੂੰ ਐਪਸੀਲੋਨ ਦਾ ਸਕੁਅਰ ਰੂਟ ਮਿਲਦਾ ਹੈ ਇਸ ਲਈ ਇਹ ਦਿੱਤੇ ਗਏ ਇੰਟੀਗਰਲ ਦੀ ਵੈਲਿਊ ਹੈ ਜੋ ਕਿ ਇੱਥੇ 2 ਟਾਈਮਸ tan ਇਨਵਰਸ r ਮਾਈਨਸ 1 ਇਸ ਸਕੁਅਰ ਰੂਟ ਅਤੇ ਮਾਈਨਸ tan ਇਨਵਰਸ ਐਪਸੀਲੋਨ ਦਿੱਤਾ ਗਿਆ ਹੈ। ਇਸ ਲਈ ਹੁਣ ਇਸ ਦੇ ਨਾਲ ਅਸੀਂ ਦਿੱਤੇ ਗਏ ਇੰਟੀਗਰਲ ਤੇ ਪਹੁੰਚ ਸਕਦੇ ਤਾਂ ਇਸ ਕੇਸ ਵਿੱਚ ਇਹ ਇੰਟੀਗਰਲ ਇੱਥੇ 1 ਤੋਂ ਇਨਫਿਨਿਟੀ 1/x ਅਤੇ ਸਕੁਅਰ ਰੂਟ x ਮਾਈਨਸ 1 dx ਅਸੀਂ ਉਦੋਂ ਪ੍ਰਾਪਤ ਕਰਾਂਗੇ ਜਦੋਂ ਅਸੀਂ ਇਸ ਐਪਸੀਲੋਨ ਦੀ ਲਿਮਿਟ ਨੂੰ 0 ਅਤੇ r ਨੂੰ ਇਨਫਿਨਿਟੀ ਤੱਕ ਲੈ ਜਾਵਾਂਗੇ ਤਾਂ ਫਿਰ ਇਸ ਇੰਟੀਗਰਲ ਵਿੱਚ ਇਸ ਇੰਟੀਗਰਲ ਦੀ ਵੈਲਿਊ ਅਸੀਂ ਇਸ ਲਿਮਿਟ ਨੂੰ ਪਾਰ ਕਰਾਂਗੇ ਅਤੇ ਜਿਵੇਂ ਕਿ r ਇਨਫਿਨਿਟੀ ਦੇ ਨੇੜੇ ਪਹੁੰਚ ਰਿਹਾ ਹੈ ਅਤੇ ਐਪਸੀਲੋਨ 0 ਦੇ ਨੇੜੇ ਆ ਰਿਹਾ। ਇਸ ਲਈ ਜਦੋਂ r ਇਨਫਿਨਿਟੀ ਦੇ ਨੇੜੇ ਪਹੁੰਚਦਾ ਹੈ ਤਾਂ ਤੁਸੀਂ ਨੋਟ ਕਰੋ ਕਿ ਇੱਥੇ r ਇਨਫਿਨਿਟੀ tan ਇਨਵਰਸ ਇਸ ਇਨਫਿਨਿਟੀ ਤੇ ਪਹੁੰਚਦਾ ਹੈ ਜੋ ਕਿ ਪਾਈ ਬਾਏ 2 ਬਣ ਜਾਵੇਗਾ ਅਤੇ ਇਹ tan ਇਨਵਰਸ ਮਾਈਨਸ ਹੋ ਜਾਂਦਾ ਹੈ ਜਦੋਂ ਇਹ ਐਪਸੀਲੋਨ 0 ਦੇ ਨੇੜੇ ਪਹੁੰਚਦਾ ਹੈ ਤਾਂ tan ਇਨਵਰਸ ਹੁੰਦਾ ਜੋ ਕਿ 0 ਹੋ ਜਾਵੇਗਾ। ਇਸ ਲਈ ਸਾਡੇ ਕੋਲ ਕਿਉਂਕਿ ਇਸ ਪਾਈ ਬਾਏ 2 ਅਤੇ 2 ਟਾਈਮ ਇਸ ਲਈ ਇਹ ਇਸ ਤਰ੍ਹਾਂ ਦੁਬਾਰਾ ਨਹੀਂ ਹੋਵੇਗਾ ਤਾਂ ਇਹ ਇੱਥੇ ਹੈ tan ਇਨਵਰਸ ਪਾਈ ਬਾਏ tan ਇਨਵਰਸ ਇਨਫਿਨਿਟੀ ਤਾਂ ਜੋ ਪਾਈ ਬਾਏ 2 ਹੋਵੇਗਾ ਅਤੇ ਇਹ ਮਾਈਨਸ 0 ਹੈ ਅਤੇ ਫਿਰ ਸਾਡੇ ਕੋਲ ਹੈ ਇੱਥੇ 2 ਟਾਈਮਸ ਇਸ ਲਈ ਸਾਨੂੰ ਇਹ ਪਾਈ ਇੱਥੇ ਮਿਲੀ ਹੈ। ਇਸ ਲਈ ਇਸ ਇੰਟੀਗਰਲ ਦੀ ਵੈਲਿਊ ਪਾਈ ਹੈ ਅਤੇ ਅਸੀਂ ਪਹਿਲਾਂ ਵੀ ਵੇਖਿਆ ਨਾਲੇ ਵੈਲਿਊ ਦਾ ਮੁਲਾਂਕਣ ਕੀਤੇ ਬਗੈਰ ਕਿ ਇਹ ਜਿੱਥੇ ਇਹ ਕਨਵਰਜੈਂਟ ਇੰਟੀਗਰਲ ਹੈ ਅਤੇ ਇੱਥੇ ਸਿਰਫ ਇੱਕ ਟਿੱਪਣੀ ਕਿ ਕਿਸੇ ਨੂੰ ਇੰਪਰੋਪਰ ਇੰਟੀਗਰਲਸ ਦਾ ਮੁਲਾਂਕਣ ਕਰਨ ਲਈ ਸਾਵਧਾਨ ਰਹਿਣਾ ਚਾਹੀਦਾ ਜਿੱਥੇ ਇੰਟੀਗਰੈਂਡ ਦੀ ਪਰਿਭਾਸ਼ਾ ਨਹੀਂ ਦਿੱਤੀ ਗਈ ਜਾਂ ਇਹ ਬਾਉਂਡਡ ਨਹੀਂ ਹੈ ਇੰਟੀਰੀਅਰ ਪੁਆਇੰਟ ਦੀ ਇੰਟੀਗਰਲ ਰੇਂਜ ਤੇ ਤਾਂ ਜੇ ਸਾਡੇ ਕੋਲ ਕੋਈ ਪੁਆਇੰਟ ਹੈ ਤਾਂ ਐਂਡ ਪੁਆਇੰਟ ਨਹੀਂ ਹੈ ਜੇ ਸਾਡੇ ਕੋਲ ਮੱਧ ਵਿੱਚ ਇੱਕ ਪੁਆਇੰਟ ਹੈ ਜਿੱਥੇ ਇੰਟੀਗਰਲ ਇਨਫਿਨਿਟੀ ਮਿਲ ਰਹੀ ਹੈ ਇੰਟੀਗਰੈਂਟ ਅਨਬਾਉਂਡਡ ਹੈ ਜਾਂ ਇਸ ਨੂੰ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ ਸਾਨੂੰ ਮੁਲਾਂਕਣ ਲਈ ਬਹੁਤ ਸਾਵਧਾਨ ਰਹਿਣਾ ਪਏਗਾ। ਇਸ ਲਈ ਮੰਨ ਲਓ ਕਿ ਸਾਡੇ ਕੋਲ ਇਹ ਇੰਟੀਗਰਲ a ਤੋਂ b f(x) dx ਹੈ ਅਤੇ ਅੱਗੇ ਅਸੀਂ ਇਹ ਮੰਨਦੇ ਹਾਂ ਕਿ f(x) ਇੱਕ ਪੁਆਇੰਟ c ਤੇ ਅਨਬਾਉਂਡਡ ਹੈ ਜਿੱਥੇ c a ਅਤੇ b ਦੇ ਵਿਚਕਾਰ ਇੱਕ ਪੁਆਇੰਟ ਹੈ ਇਸ ਲਈ ਇਸ ਕੇਸ ਵਿੱਚ ਇਹ f(x) ਪੁਆਇੰਟ c ਤੇ ਕਿਤੇ ਅਨਬਾਉਂਡਡ ਹੋ ਰਿਹਾ ਹੈ ਜੋ ਕਿ ਇਸ ਇੰਟੀਗਰਲ ਦੀ ਰੇਂਜ ਵਿੱਚ ਹੈ ਅਤੇ ਫਿਰ ਸਾਨੂੰ ਇਸ ਨੂੰ ਬ੍ਰੇਕ ਕਰਨਾ ਪਏਗਾ ਉਸ ਪੁਆਇੰਟ ਨੂੰ a ਤੋਂ c f(x) dx ਅਤੇ ਫਿਰ c ਤੋਂ b f(x) gx ਹੁਣ ਸਾਡੇ ਕੋਲ ਇਹ ਦੋ ਇੰਟੀਗਰਲ ਟਾਈਪ 2 ਇੰਟੀਗਰਲ ਹਨ ਇਸ ਲਈ ਇੱਥੇ ਇਹ ਅਨਬਾਉਂਡਡ ਹੋ ਰਿਹਾ ਹੈ ਜਦੋਂ x c ਦੇ ਨੇੜੇ ਆ ਰਿਹਾ ਹੈ ਅਤੇ ਇਹ ਵੀ ਅਨਬਾਉਂਡਡ ਹੋ ਰਿਹਾ ਹੈ ਜਦੋਂ x c ਦੇ ਨੇੜੇ ਆ ਰਿਹਾ ਹੈ ਤਾਂ ਇਸ ਇੱਕ ਲਿਮਿਟ ਨੂੰ ਪ੍ਰਾਪਤ ਕਰਨ ਬਾਰੇ ਹੁਣ ਦੋ ਤਰੀਕਿਆਂ ਨਾਲ ਸੋਚ ਸਕਦੇ ਹਾਂ। ਇੱਕ ਅਜਿਹਾ ਹੈ ਜਿਵੇਂ ਅਸੀਂ ਇਸ ਐਪਸੀਲੋਨ ਨੂੰ ਪੇਸ਼ ਕਰਦੇ ਹਾਂ ਅਤੇ ਐਪਸੀਲੋਨ ਅਸੀਂ ਲਿਮਿਟ ਲੈਂਦੇ ਹਾਂ goes to 0 ਅਤੇ ਸਾਡੇ ਕੋਲ ਇਹ 2c ਮਾਈਨਸ ਐਪਸੀਲੋਨ ਹੈ ਅਤੇ ਇੱਥੇ ਅਸੀਂ ਇਹਨਾਂ ਦੋ ਥਾਵਾਂ ਤੇ c ਪਲੱਸ ਐਪਸੀਲੋਨ 2b ਕੀਤਾ ਹੈ। ਅਸੀਂ ਉਸ ਪੁਆਇੰਟ ਨੂੰ c ਮਾਈਨਸ ਐਪਸੀਲੋਨ ਅਤੇ c ਪਲੱਸ ਐਪਸੀਲੋਨ ਦੁਆਰਾ ਟਾਲ ਦਿੱਤਾ ਹੈ ਅਸੀਂ ਦੂਜੇ ਮਾਮਲੇ ਵਿੱਚ ਦੋਵਾਂ ਥਾਵਾਂ ਤੇ ਇੱਕੋ ਹੀ ਐਪਸੀਲੋਨ ਲਿਆ ਹੈ ਜੋ ਕਿ ਮੁਲਾਂਕਣ ਲਈ ਸਹੀ ਹੈ ਅਸਲ ਵਿੱਚ ਅਸੀਂ ਫਸਟ ਇੰਟੀਗਰਲ ਲਈ ਐਪਸੀਲੋਨ ਲੈਂਦੇ ਹਾਂ ਕਿਉਂਕਿ ਇਹ ਦੋਵੇਂ ਵੱਖਰੇ ਇੰਪਰੋਪਰ ਇੰਟੀਗਰਲ ਹਨ ਇਸ ਲਈ ਸਾਨੂੰ ਵੱਖਰੇ ਤਰੀਕੇ ਨਾਲ ਨਜਿੱਠਣਾ ਚਾਹੀਦਾ ਹੈ। ਇਸ ਲਈ ਇੱਥੇ ਸਾਡੇ ਕੋਲ ਲਿਮਿਟ ਐਪਸੀਲੋਨ 1 ਤੋਂ 0 a ਤੋਂ c ਮਾਈਨਸ ਐਪਸੀਲੋਨ ਅਤੇ ਪਲੱਸ ਇਸ ਨਾਲ ਐਪਸੀਲੋਨ 0 ਹੈ ਜੇ c ਪਲੱਸ ਐਪਸੀਲੋਨ 2 ਤੋਂ b ਹੋਵੇ ਇਸ ਲਈ ਹੁਣ ਅਸੀਂ ਇਹਨਾਂ ਦੋਨਾਂ ਇੰਟੀਗਰਲਸ ਨੂੰ ਇੱਕ ਵੱਖਰੇ ਤਰੀਕੇ ਨਾਲ ਇੱਥੇ ਵਿਚਾਰਿਆ ਹੈ ਅਸੀਂ ਇੱਕ ਐਪਸੀਲੋਨ ਪੇਸ਼ ਕੀਤਾ ਹੈ ਅਤੇ ਫਿਰ ਇਹਨਾਂ ਪੁਆਇੰਟ ਨੂੰ ਨਹੀਂ ਲਿੱਤਾ ਹੈ ਇਸ ਲਈ ਇਸ ਕੇਸ ਵਿੱਚ ਜਦੋਂ ਸਾਡੇ ਕੋਲ ਕਨਵਰਜੈਂਸ ਇੰਟੀਗਰਲਸ ਹੈ ਤਾਂ ਕੋਈ ਸਮੱਸਿਆ ਨਹੀਂ ਹੁੰਦੀ ਚਾਹੇ ਤੁਸੀਂ ਇਸ ਨੂੰ ਲਓ ਜਾਂ ਉਹ ਲਵੋ ਇਹ ਇਸੇ ਤਰ੍ਹਾਂ ਹੋਏਗਾ ਪਰ ਦੂਜੇ ਮਾਮਲਿਆਂ ਵਿੱਚ ਸਾਨੂੰ ਇੱਥੇ ਸਮੱਸਿਆ ਹੈ
ਕਿਉਂਕਿ ਇਹ ਇੱਕ ਡਾਇਵਰਜੈਂਟ ਇੰਟੀਗਰਲ ਹੋ ਸਕਦਾ ਹੈ ਅਤੇ ਇਹ ਡਾਇਵਰਜੈਂਟ ਇੰਟੀਗਰਲ ਹੋ ਸਕਦਾ ਹੈ ਅਤੇ ਉਸ ਕੇਸ ਵਿੱਚ ਵੈਲਿਊ ਵੱਖਰੀ ਹੋਵੇਗੀ। ਉਦਾਹਰਣ ਵਜੋਂ ਅਸੀਂ ਇੱਥੇ ਸਿੰਪਲ ਸਮੱਸਿਆ ਕੰਸੀਡਰ ਕਰਦੇ ਹਾਂ ਇਸ dx ਦੇ -1 ਤੋਂ 1 ਬਟਾ x ਮਾਈਨਸ ਅਤੇ ਇਹ x ਕਿਊਬ ਬਟਾ -1 ਤੋਂ 0 1 ਦੇ ਇਹ dx ਪਲੱਸ 0 ਤੋਂ 1 ਬਟਾ x ਕਿਊਬ dx ਇਕੁਅਲ ਹੈ। ਇਸ ਲਈ ਜੇ ਅਸੀਂ ਇਸ ਕੇਸ ਵਿੱਚ ਇਹ ਦੋ ਇੰਟੀਗਰਲ ਲੈਂਦੇ ਹਾਂ, ਜੇ ਅਸੀਂ ਇੱਥੇ ਸਿਰਫ ਇੱਕ ਐਪਸੀਲੋਨ ਪੇਸ਼ ਕਰਕੇ ਇਸ ਪਹਿਲੀ ਪਹੁੰਚ ਦੀ ਵਰਤੋਂ ਕਰਦੇ ਹਾਂ, ਤਾਂ ਕੀ ਹੋਵੇਗਾ ਜਦੋਂ ਅਸੀਂ ਇਸ ਨੂੰ 1 ਬਟਾ x ਕਿਊਬ ਤੋਂ ਕੰਪਿਊਟ ਕਰਾਂਗੇ, ਜੋ ਕਿ -1 ਬਟਾ 2x ਸਕੁਏਅਰ ਹੋਏਗਾ, ਅਤੇ ਇਹਨਾਂ ਲਿਮਿਟ ਨੂੰ ਇੱਥੇ -1 ਤੋਂ ਐਪਸੀਲੋਨ ਕਰ ਦਿੱਤਾ ਗਿਆ ਹੈ। ਅਸੀਂ ਇਸ ਨੂੰ ਇੱਥੇ ਦੂਜੇ ਇੰਟੀਗਰਲ ਲਈ ਪ੍ਰਾਪਤ ਕਰਾਂਗੇ, ਦੁਬਾਰਾ ਐਪਸੀਲੋਨ ਬਟਾ 1 -1 ਪ੍ਰਾਪਤ ਕਰਾਂਗੇ। ਤਾਂ ਫਿਰ ਇਸ ਵਿੱਚ ਕੈਂਸਲ ਕਰ ਦਿੱਤਾ ਜਾਵੇਗਾ ਅਤੇ ਇਹ ਲਿਮਿਟ ਅਸਲ ਵਿੱਚ 0 ਹੋਵੇਗੀ। ਪਰ ਕੀ ਹੋਵੇਗਾ ਜੇ ਅਸੀਂ ਵੱਖਰੇ ਤੌਰ ਤੇ ਫਸਟ ਇੰਟੀਗਰਲ ਨੂੰ -1 ਤੋਂ ਐਪਸੀਲੋਨ ਅਤੇ ਫਿਰ ਐਪਸੀਲੋਨ 2 ਤੋਂ 1 ਦਾ ਮੁਲਾਂਕਣ ਕਰਾਂਗੇ? ਉਸ ਕੇਸ ਵਿੱਚ ਇੱਥੇ ਕੋਈ ਵੀ ਇੰਟੀਗਰਲ ਨਹੀਂ ਹੈ ਕਿਉਂਕਿ ਸਾਨੂੰ ਇੱਥੇ ਐਪਸੀਲੋਨ 1 ਦੇ ਨਾਲ ਠੀਕ ਇਹੀ ਪ੍ਰਾਪਤ ਹੋਏਗਾ ਅਤੇ ਜਦੋਂ ਐਪਸੀਲੋਨ 1 0 ਤੇ ਜਾਂਦਾ ਹੈ ਤਾਂ ਇਹ ਅਨਬਾਊਂਡਡ ਹੋਵੇਗਾ, ਇਹ ਇਨਫਿਨਿਟੀ ਵਿੱਚ ਜਾਏਗਾ। ਇਸੇ ਤਰ੍ਹਾਂ ਇਹ ਕਨਵਰਜੈਂਟ ਇੰਟੀਗਰਲ ਵਿੱਚ ਵੀ ਨਹੀਂ ਹੈ, ਇਹ ਵੀ ਡਾਇਵਰਜ ਹੁੰਦਾ ਹੈ। ਅਤੇ ਇਹੀ ਕਾਰਨ ਹੈ ਕਿ ਅਸੀਂ ਇਸ ਦਾ ਇੱਥੇ ਮੁਲਾਂਕਣ ਨਹੀਂ ਕਰ ਸਕਦੇ ਕਿਉਂਕਿ ਇਸ ਤੇ ਦਿਖਾਈ ਦੇਣ ਵਾਲੇ ਦੋਵੇਂ ਇੰਟੀਗਰਲ ਡਾਇਵਰਜ ਹਨ ਅਤੇ ਉਹ ਐਗਜ਼ਿਸਟ ਨਹੀਂ ਹਨ। ਪਰ ਜੇ ਅਸੀਂ ਇੱਥੇ ਦੋਵਾਂ ਥਾਵਾਂ ਤੇ ਐਪਸੀਲੋਨ ਲੈ ਕੇ ਇਹ ਗਲਤੀ ਕਰਦੇ ਹਾਂ ਤਾਂ ਵੈਲਿਊ 0 ਹੁੰਦੀ ਹੈ। ਤਾਂ ਫਿਰ ਕਨਕਲੂਜਨ ਤੇ ਆ ਰਹੇ ਹਾਂ। ਇਸ ਲਈ ਸਾਡੇ ਕੋਲ ਇਹ ਦੋ ਮਹੱਤਵਪੂਰਨ ਕੰਪੈਰੀਜ਼ਨ ਟੈਸਟ ਹਨ, ਜਿਨ੍ਹਾਂ ਵਿੱਚੋਂ ਇੱਕ ਇੱਥੇ ਸੀ ਜਿੱਥੇ ਅਸੀਂ ਇਸ ਨੂੰ fx ਨੂੰ 0 ਤੋਂ ਵੱਡਾ ਅਤੇ gx ਨੂੰ fx ਦੇ ਇਕੁਅਲ ਲੈਂਦੇ ਹਾਂ। ਅਤੇ ਫਿਰ ਅਸੀਂ ਨੋਟਿਸ ਕਰਦੇ ਹਾਂ ਕਿ ਜੇ ਇਹ g ਵੱਡੇ ਨੂੰ ਕਨਵਰਜ ਕਰਦਾ ਹੈ ਤਾਂ ਕੁਦਰਤੀ ਇਹ ਛੋਟਾ ਵੀ ਕਨਵਰਜ ਹੋ ਜਾਵੇਗਾ। ਦੂਜੇ ਪਾਸੇ ਜੇ ਇਹ ਛੋਟਾ ਡਾਇਵਰਜ ਹੁੰਦਾ ਹੈ ਤਾਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਇਹ ਵੱਡਾ ਵੀ ਡਾਇਵਰਜ ਹੋ ਜਾਵੇਗਾ। ਇਸ ਲਈ ਸਾਡੇ ਕੋਲ ਇਹ ਕੰਪੈਰੀਜ਼ਨ ਟੈਸਟ ਹੈ ਅਤੇ ਇੱਕ ਹੋਰ ਕੰਪੈਰੀਜ਼ਨ ਟੈਸਟ ਜਿਹੜਾ ਬਹੁਤ ਮਹੱਤਵਪੂਰਨ ਅਤੇ ਬਹੁਤ ਉਪਯੋਗੀ ਸੀ, ਜਿੱਥੇ ਅਸੀਂ ਇੱਕ ਹੋਰ ਫੰਕਸ਼ਨ g ਲੈਂਦੇ ਹਾਂ ਅਤੇ ਇਸ ਲਿਮਿਟ ਨੂੰ ਕੰਪਿਊਟ ਕਰਦੇ ਹਾਂ ਅਤੇ ਉਹ ਇਸ ਨੰਬਰ k ਦੇ ਆਧਾਰ ਤੇ ਅਸੀਂ ਕਨਵਰਜੈਂਸ ਦਾ ਸਿੱਟਾ ਕੱਢ ਸਕਦੇ ਹਾਂ ਜੇ k 0 ਦੇ ਇਕੁਅਲ ਨਹੀਂ ਹੈ, ਦੋਵੇਂ ਇੰਟੀਗਰਲ ਸਮਾਨ ਹਨ, ਅਤੇ ਜੇ k 0 ਦੇ ਇਕੁਅਲ ਹੁੰਦਾ ਹੈ ਤਾਂ ਜੇ ਇਹ g ਇੰਟੀਗਰਲ ਕਨਵਰਜ ਕਰਦਾ ਹੈ ਤਾਂ f ਵੀ ਕਨਵਰਜ ਹੋ ਜਾਂਦਾ ਹੈ, ਅਤੇ ਜੇ k ਇਨਫਿਨਿਟੀ ਹੈ ਜਿਸ ਦਾ ਅਰਥ ਹੈ ਕਿ g ਡਾਇਵਰਜ ਕਰਦਾ ਹੈ ਤਾਂ f ਵੀ ਡਾਇਵਰਜ ਹੋ ਜਾਵੇਗਾ। ਇਸ ਲਈ ਇਹ ਕੰਪੈਰੀਜ਼ਨ ਟੈਸਟ 2 ਸੀ ਅਤੇ ਇਹ ਉਹ ਹਵਾਲੇ ਹਨ ਜੋ ਅਸੀਂ ਲੈਕਚਰਾਂ ਨੂੰ ਤਿਆਰ ਕਰਨ ਲਈ ਵਰਤਦੇ ਹਨ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ।